ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਤੀਜਾ। ਸ਼ਬਦ ਸਚੈ ਸਚ ਸੁਹੇਲਾ, ਜਿਥੈ ਸੱਚੇ ਕਾ ਹੋਏ ਵਿਚਾਰੋ ਰਾਮ। ਹਉ ਮੈਂ ਸਭ ਕਿਲ ਵਿਖ ਕਾਟੇ, ਸਾਚ ਰਖਿਆ ਉਰ ਤਾਰੇ ਰਾਮ। ਸ਼ਬਦ ਸਚੈ ਸਚ ਸੁਹੇਲਾ, ਜਿਥੈ ਸੱਚੇ ਕਾ ਹੋਏ ਵਿਚਾਰੋ ਰਾਮ। ਹਉ ਮੈਂ ਸਭ ਕਿਲ ਵਿਖ ਕਾਟੇ, ਸਾਚ ਰਖਿਆ ਉਰ ਤਾਰੇ ਰਾਮ। ਸੱਚੇ ਭਗਤ ਸੁਹੈ ਦਰਬਾਰੇ, ਸੱਚੋ ਸਚ ਵਖਾਣੇ ਰਾਮ। ਘਟ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ ਰਾਮ। ਆਪ ਪਛਾਣੈ ਤਾਂ ਸਚ ਜਾਣੈ, ਸਾਚੇ ਸੋਝੀ ਹੋਈ। ਸੱਚਾ ਸ਼ਬਦ ਸੱਚੀ ਹੈ ਸੋਭਾ, ਸਾਚੇ ਹੀ ਸੁਖ ਹੋਈ। ਸਾਚ ਰਤੇ ਭਗਤ ਇਕ ਰੰਗੀ, ਦੂਜਾ ਰੰਗ ਨ ਕੋਈ। ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸਚ ਪ੍ਰਾਪਤ ਹੋਈ। ਸਾਚ ਰਤੇ ਭਗਤ ਇਕ ਰੰਗੀ, ਦੂਜਾ ਰੰਗ ਨ ਕੋਈ। ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸਚ ਪ੍ਰਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਢਲਦੀ ਸ਼ਾਮ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਭਾਵੇਂ ਕਿ ਸਾਨੂੰ ਗੁਰਬਾਣੀ ਦੀ ਸਾਂਝ ਟੈਲੀਵਿਜ਼ਨ ਰਾਹੀਂ ਜਾਂ ਹੋਰ ਸਕਰੀਨਸ ਰਾਹੀਂ ਹੀ ਦੇਖਣ ਸੁਣਨ ਨੂੰ ਪ੍ਰਾਪਤ ਹੋ ਰਹੀ ਹੈ, ਕਿਉਂਕਿ ਸਾਡਾ ਦੀਵਾਨ ਮੋਸਟਲੀ ਵਰਚੁਅਲ ਹੈ। ਪਰ ਫਿਰ ਵੀ ਇਹੋ ਭਾਗਤਾ ਆ ਕਿ ਮਨ ਦੀ ਦੁਨੀਆ ਨੂੰ ਅਸੀਂ ਇਤਨਾ ਕੁ ਸਮਝਾ ਸਕੇ ਹਾਂ, ਇਤਨੀ ਕੁ ਨਵਾਜ਼ਿਸ਼ ਕਰਤਾਰ ਨੇ, ਉਸ ਕੁਦਰਤ ਨੇ ਕੀਤੀ ਹੈ ਕਿ ਇਸ ਸਮੇਂ ਗੁਰ ਸ਼ਬਦ ਨਾਲ, ਗੁਰਬਾਣੀ ਕੀਰਤਨ ਨਾਲ ਜੁੜਨ ਵਾਸਤੇ ਸਾਨੂੰ ਇੱਕ ਲਗਨ ਲੱਗੀ ਹੈ, ਇੱਕ ਐਨਰਜੀ ਮਿਲੀ ਹੈ। ਸੋ ਆਪ ਟੈਲੀਵਿਜ਼ਨ ਰਾਹੀਂ ਘਰਾਂ ਥਾਵਾਂ ਤੋਂ ਗੁਰ ਸ਼ਬਦ ਨੂੰ ਮਾਣ ਪਾ ਰਹੇ ਹੋ, ਵਡਭਾਗਤਾ ਹੈ। ਜੋ ਲੜੀਵਾਰ ਗੁਰਬਾਣੀ ਵਿਆਖਿਆਨ ਹੋ ਰਿਹਾ ਹੈ, ਸੂਹੀ ਰਾਗ ਦੇ ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਰਿਤ ਕੀਤੇ ਗਏ ਛੰਤਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ। ਜੋ ਬਚਨ ਆਪ ਨੇ ਸਰਵਨ ਕੀਤਾ ਹੈ, ਇਸ ਪਾਵਨ ਚੱਲ ਰਹੇ ਛੰਤ ਦਾ 4 ਨੰਬਰ ਪਦਾ ਹੈ। ਬੀਤੇ ਕੱਲ ਇਹਦੀ ਵਿਚਾਰ ਅਸੀਂ ਪ੍ਰਾਰੰਭ ਕੀਤੀ ਸੀ, ਪਰ ਕਿਉਂਕਿ ਸ਼ਹੀਦਾਂ ਨੂੰ ਨਮਨ ਕਰਦਿਆਂ ਪਿਛਲਾ ਸਮਾਂ ਸਾਡਾ ਬਤੀਤ ਹੋਇਆ ਸੀਗਾ, ਅਤੇ ਖਾਸ ਕਰਕੇ ਛੋਟੇ ਬਾਬਿਆਂ ਦੇ ਉਸ ਤਵਾਰੀਖੀ ਰੰਗ ਨੂੰ ਕੁਝ ਮੈਂ ਛੋਇਆ ਸੀ ਬੀਤੇ ਕੱਲ ਤੋਂ ਪਿਛਲੇ ਰੋਜ਼। ਉਹਦੀ ਕੁਝ ਅਗਲੀ ਲੜੀ ਤੰਤ ਮੈਂ ਕਿਹਾ ਸੰਪੂਰਨ ਕਰਦਿਆਂ ਹੋਇਆਂ ਸਮਾਂ ਉੱਧਰ ਸਾਡਾ ਲੱਗਾ। ਅੱਜ ਸ਼ਬਦ ਦੀ ਵਿਵੇਚਨਾ, ਜਿਵੇਂ ਜਿਵੇਂ ਕੁਝ ਇਤਿਹਾਸਕ ਪ੍ਰਸੰਗ ਜਾਂ ਕੋਈ ਗੁਰਬਾਣੀ ਦੇ ਪ੍ਰਮਾਣਾਂ ਦੀ ਬਾਤ ਹੋਏਗੀ, ਉਹ ਨਾਲ ਚੱਲਦੀ ਰਹੇਗੀ। ਸਾਹਿਬ ਪਾਤਸ਼ਾਹ ਨੇ ਜੋ ਬਿਆਨ ਕੀਤਾ ਹੈ ਕਿ ਸੱਚੇ ਭਗਤ ਸੋਹੈ ਦਰਬਾਰੇ, ਸੱਚੋ ਸੱਚ ਵਖਾਣੇ ਰਾਮ। ਜਿਹੜੇ ਸੱਚ ਦੇ ਭਗਤ ਨੇ, ਸੱਚ ਦੇ ਆਸ਼ਕ ਨੇ, ਕਿਉਂਕਿ ਜਿਵੇਂ ਸੂਫੀਆਂ ਦੇ ਅਸੀਂ ਕਈ ਵਾਰੀ ਉਹ ਵਾਕਾਂ ਨੂੰ ਪੜ੍ਹਦੇ ਹਾਂ ਕਿ ਸੱਚ ਆਖਾਂ ਤੇ ਭਾਂਬੜ ਮੱਚਦਾ ਹੈ, ਝੂਠ ਆਖਾਂ ਤੇ ਕੁਝ ਨਾ ਬਚਦਾ ਹੈ। ਦਿਲ ਦੋਹਾਂ ਗੱਲਾਂ ਤੋਂ ਜੱਚਦਾ ਹੈ, ਜੱਚ ਜੱਚ ਕੇ ਜੀਵਾ ਕਹਿੰਦੀ ਹੈ, ਸੱਚ ਮੂੰਹ ਆਈ ਬਾਤ ਨਾ ਰਹਿੰਦੀ ਹੈ।
ਜਿਹੜੀ ਸਚਿਆਰਤਾ ਆ ਇਸ ਤਰ੍ਹਾਂ ਹੈ ਕਿ ਇੱਕ ਬੜੀ ਭਗਤੀ ਵਿੱਚੋਂ ਨਿਕਲਦੀ ਹੈ। ਸੱਚ ਸੁਣ ਸਕਣਾ, ਸੱਚ ਬੋਲ ਸਕਣਾ, ਸੱਚੇ ਅਮਲ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਪੇਅਰ ਕਰ ਸਕਣਾ। ਜਿਹੜੀਆਂ ਸਾਡੇ ਕੋਲ ਸਟੱਡੀਜ਼ ਨੇ ਅੱਜ ਦੀ ਦੁਨੀਆ ਦੀਆਂ, ਜੇ ਅਸੀਂ ਗੱਲਾਂ ਕਰੀਏ ਹਿਊਮਨ ਬਿਹੇਵੀਅਰਸ 'ਤੇ ਜੋ ਕੁਝ ਅਜੇ ਤੱਕ ਲੋਕਾਂ ਨੇ ਕਮਿਊਲੇਟ ਕੀਤਾ, ਲੋਕਾਂ ਨੇ ਇਕੱਠਾ ਕੀਤਾ, ਲੋਕਾਂ ਨੇ ਉਹਨੂੰ ਗੈਦਰ ਕੀਤਾ ਹੈ ਕਿਤਾਬਾਂ, ਲਫ਼ਜ਼ਾਂ, ਹਰਫਾਂ, ਫਲਸਫਿਆਂ ਦੇ ਵਿੱਚ। ਉਹ 'ਚ ਬਾਤ ਇਹ ਪਾਈ ਹੈ, ਜਿਵੇਂ ਸਪੋਜ਼ 2 ਸਾਲ ਦਾ ਬੱਚਾ ਆ ਅਤੇ ਅੱਜ ਕੱਲ੍ਹ ਤਾਂ ਬਹੁਤ ਪਦਾਰਥਾਂ ਦੀ ਭਰਮਾਰ ਹੈ ਘਰ ਦੇ 'ਚ। ਮਤਲਬ ਇਹ ਥੋੜ੍ਹਾ ਹੈ ਕਿ ਸਾਡੇ ਨਾਰਥ ਅਮੈਰੀਕਨ ਕੰਟਰੀਜ਼ ਦੇ ਵਿੱਚ, ਈਵਨ ਅਜੇ ਤੇ ਇੰਡੀਆ ਵਰਗੇ ਮਮਾਲਿਕ ਦੇ ਵਿੱਚ ਵੀ, ਜਿੱਥੇ ਕੁਝ ਇਹਨਾਂ ਕੋਲ ਅਫੋਰਡੇਬਿਲਿਟੀ ਹੈ ਅਤੇ ਘਰਾਂ ਦੇ ਚੰਬਾਰ ਲੱਗੇ ਪਏ ਨੇ, ਪੂਰੇ ਦੀਆਂ ਪੂਰੀਆਂ ਪੈਂਟਰੀਜ਼ ਭਰੀਆਂ ਪਈਆਂ ਨੇ ਵੱਖਰੇ ਵੱਖਰੇ ਪਦਾਰਥਾਂ ਦੇ ਨਾਲ। ਕਿਤੇ 10-10 ਤਰ੍ਹਾਂ ਦੇ ਸੀਰੀਅਲਸ ਪਏ ਨੇ, ਕੋਈ 20-20 ਤਰ੍ਹਾਂ ਦੀਆਂ ਕੁਕੀਜ਼ ਪਈਆਂ ਨੇ ਘਰ ਦੇ 'ਚ, ਫਰਿੱਜ ਭਰੇ ਪਏ ਨੇ ਪੂਰੇ ਦੇ ਪੂਰੇ, ਵੱਖਰੇ ਵੱਖਰੇ ਜੂਸਸ ਦੇ ਨਾਲ, ਫਰੂਟਸ ਦੇ ਨਾਲ। ਮਤਲਬ ਮਿੱਠਾ ਸਲੂਣਾ ਖਾਣ ਵਾਸਤੇ ਇੰਤਹਾ ਹੀ ਹੈ। ਪਰ ਜੇ ਥੋੜ੍ਹਾ ਜਿਹਾ ਪਿਛੋਕੜ ਚਲੇ ਜਾਈਏ ਤਾਂ ਮਿੱਠਾ ਖਾਣ ਵਾਸਤੇ ਪਿੰਡਾਂ ਥਾਵਾਂ 'ਤੇ ਗੁੜ ਜਾਂ ਸ਼ੱਕਰ ਮੁਯੱਸਰ ਹੁੰਦੀ ਸੀ, ਜਾਂ ਫਿਰ ਵਕਤ ਬਦਲਣ ਦੇ ਨਾਲ ਖੰਡ, ਸ਼ੂਗਰ। ਹੁਣ ਸਪੋਜ਼ ਕਰੋ ਕੁਦਰਤ ਨੇ ਸਾਡੇ ਜਿਹੜੇ ਟੇਸਟ ਬਡਸ ਵੀ ਲਾਏ ਨੇ, ਇਹਨਾਂ ਦੇ ਵਿੱਚ ਮਿੱਠਾ ਖਾਣ ਦੀ ਲਲਕ ਜ਼ਿਆਦਾ ਆ, ਅਤੇ ਬਚਪਨ ਤੋਂ ਤਾਂ ਬਹੁਤ ਜ਼ਿਆਦਾ ਹੁੰਦੀ ਹੈ। ਮਾਂ ਨੂੰ ਪਤਾ ਹੈ ਮਿੱਠਾ ਖਾਏਗਾ, ਕੁਝ ਸ਼ੂਗਰੀ ਸਟੱਫ ਖਾਏਗਾ, ਦੰਦ ਖਰਾਬ ਹੋਣਗੇ, ਇਹਨੂੰ ਫੇਕ ਕੈਲਰੀਜ਼ ਮਿਲਣਗੀਆਂ, ਫੇਕ ਐਨਰਜੀ ਮਿਲੇਗੀ, ਜਿਹਦੇ ਨਾਲ ਹਾਈਪਰ ਹੋਏਗਾ, ਬਿਮਾਰ ਹੋਏਗਾ, ਸੱਟ ਫੇਟ ਲਵਾਏਗਾ। ਇਸ ਕਰਕੇ ਪ੍ਰੋਪਰ ਸੋਲਿਡ ਫੂਡ ਖਾਏ, ਜਿਹਦੇ ਨਾਲ ਇਹਦੇ 'ਚ ਇਹਦਾ ਡਾਈਜੈਸਟਿਵ ਸਿਸਟਮ ਠੀਕ ਰਹੇ, ਮਸਲਸ ਠੀਕ ਬਣਨ, ਇਹ ਸਭ ਚੀਜ਼ਾਂ ਦੇ ਵਿੱਚ। ਪਰ ਬੱਚੇ ਦੀ ਲਲਕ ਤੇ ਸ਼ੂਗਰ ਖਾਣ ਦੀ ਹੈ। ਸੋ ਸਮਹਾਓ ਉਹ ਆਪਣਾ ਸੋਰਸ ਲੱਭ ਲੈਂਦਾ ਹੈ, ਕੋਈ ਪੈਂਟਰੀ ਫੋਲਦਾ, ਫਰਿੱਜ ਫੋਲਦਾ, ਕੁਝ ਮਿੱਠੀ ਚੀਜ਼ ਮਿਲ ਗਈ ਖਾਣ ਵਾਸਤੇ ਉਸਨੂੰ। ਅਤੇ ਮਾਂ ਨੂੰ ਨਹੀਂ ਪਤਾ ਲੱਗਾ, ਜਿੱਦਨ ਉਹਨੇ ਖਾ ਲਈ ਉਹਨੇ ਨੂੰ ਜਿਹੜਾ ਹੈਗਾ। ਈਵਨ ਇਹਦੇ 'ਤੇ ਉਹ ਬੱਚਿਆਂ ਨੂੰ ਕਈ ਵਾਰੀ ਬਹਿਲਾਉਣ ਵਾਸਤੇ ਜਾਂ ਇੱਕ ਪੋਇਮ ਵੀ ਅੰਗਰੇਜ਼ੀ 'ਚ ਗਾਈ ਜਾਂਦੀ ਹੈਗੀ ਹੈ ਕਿ ਜਿਹੜਾ ਆ ਉਹ ਆਵਾਜ਼ ਦੇ ਕੇ ਪੁੱਛਿਆ ਜਾਂਦਾ ਹੈ ਵੀ ਈਟਿੰਗ ਸ਼ੂਗਰ ਨਾ ਪਾਪਾ, ਅਤੇ ਉਹ ਟੈਲਿੰਗ ਲਾਈ ਨੋ ਪਾਪਾ। ਫਿਰ ਉਹ ਜਿਹੜਾ ਹੈਗਾ ਓਪਨ ਯੂਰ ਮਾਊਥ, ਹਾ। ਇਸ ਕਿਸਮ ਦੀ ਜਿਹੜੀ ਉਹ ਪੋਇਟਰੀ ਆਉਂਦੀ ਹੈ ਉਸ ਤਰੀਕੇ ਦੇ ਨਾਲ। ਅਤੇ ਹੁਣ ਬਾਤ ਇਹ ਹੈ ਕਿ ਜਿਹੜਾ ਸਟੱਡੀਜ਼ ਦੀ ਜਿਵੇਂ ਬਾਤ ਕਰ ਰਿਹਾ ਸੀਗਾ ਕਿ ਟੈਲਿੰਗ ਲਾਈ, ਹੁਣ 2 ਸਾਲ ਦਾ ਬੱਚਾ, ਸ਼ੂਗਰ ਖਾ ਲਈ ਉਸਨੇ, ਕੋਈ ਮਿੱਠੀ ਚੀਜ਼ ਖਾ ਲਈ, ਅਤੇ ਇੱਕਦਮ ਕਿਤੇ ਉਹ ਖਾ ਕੇ ਹਟਿਆ, ਮਾਂ ਜਾਂ ਪਿਤਾ ਆਇਆ ਤਾਂ ਉਹਨੇ ਆ ਕੇ ਪੁੱਛਿਆ, ਓਏ ਤੂੰ ਖੰਡ ਖਾਧੀ ਹੈ, ਓਏ ਤੂੰ ਕੁਝ ਮਿੱਠਾ ਖਾਧਾ ਹੈ। ਹੁਣ ਉਹ ਕਿਸੇ ਨੇ ਦੱਸਿਆ ਨਹੀਂ ਗਾ, ਇੱਕਦਮ ਉਹ ਡਿਨਾਈ ਕਰੇਗਾ, ਇੱਕਦਮ ਉਹ ਨਾ ਕਰੇਗਾ, ਇੱਕਦਮ ਉਹ ਬਿਲਕੁਲ ਕੰਪਲੀਟ, ਜਿਹਨੂੰ ਕਹਿੰਦੇ ਨੇ ਵਾਈਟ ਲਾਈ, ਉਹ ਬੋਲ ਦੇਗਾ, ਭਾਵੇਂ ਤੇ ਮੂੰਹ 'ਤੇ ਖੰਡ ਲੱਗੀ ਹੋਵੇ, ਨਾ ਮੈਂ ਤਾਂ ਨਹੀਂ ਖਾਧੀ। ਇਹ ਬਾਤ ਕਿੱਥੋਂ ਆਈ ਹੈ? ਹੋ ਸਕਦਾ ਘਰ ਪਰਿਵਾਰ 'ਚ ਸਾਰੇ ਸਹੀ ਸੱਚ ਠੀਕ ਬੋਲਦੇ ਹੋਣ, ਉਹਨੂੰ ਕੋਈ ਬਾਹਰ ਦਾ ਐਕਸਪੋਜ਼ਰ ਵੀ ਨਾ ਹੋਏ। ਇਹ ਤੁਰ ਅੰਦਰੋਂ ਆ ਰਿਹਾ, ਕੁਦਰਤੀ ਤੌਰ 'ਤੇ ਹੈ। ਕਿਸੇ ਡਰ ਵਿੱਚ ਮੈਨੂੰ ਝਿੜਕ ਪਏਗੀ, ਮੈਨੂੰ ਰੋਕਿਆ ਗਿਆ ਸੀ, ਮੈਂ ਆਹ ਕੰਮ ਕਰ ਰਿਹਾ ਵਾਂ, ਝੂਠ ਬੋਲ ਕੇ ਬਚ ਜਾਵਾਂਗਾ। ਸੋ ਕੂੜ ਜਿਹੜਾ ਆ, ਝੂਠ ਜਿਹੜਾ ਆ, ਇਹ ਮਨੁੱਖੀ ਮਨ ਦੀ ਇੱਕ ਬਿਲਕੁਲ ਜਿਹਨੂੰ ਕਿਹਾ ਜਾਏ ਜ਼ਾਹਰਾ ਦਸ਼ਾ ਆ। ਇਹ ਝੂਠ ਵਿੱਚ ਹੀ ਜੀਂਦਾ ਹੈ, ਝੂਠ ਵਿੱਚ ਹੀ ਰਹਿੰਦਾ ਹੈ, ਝੂਠ ਨਾਲ ਹੀ ਇਹਦੀ ਬਹੁਤੀ ਸਾਂਝ ਹੁੰਦੀ ਹੈ। ਇਸ ਲਈ ਗੁਰੂ ਬਾਬਾ ਜੀ ਨੇ ਕਿਹਾ ਸੀਗਾ, ਤੇਰੀ ਐਫਰਟ ਇਹ ਹੋਣੀ ਚਾਹੀਦੀ ਹੈ ਵੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਜਿਹੜੀ ਉਹ ਪਾਲ ਦੀਵਾਰ ਬਣੀ ਹੈ ਕੂੜ ਦੀ, ਮਤਲਬ ਜੋ ਚੀਜ਼ਾਂ ਨੇ, ਜਿਵੇਂ ਸੰਸਾਰ ਵਿੱਚ ਵਿਚਰਨਾ, ਜਿਵੇਂ ਵਿਚਰਨਾ, ਜਿਵੇਂ ਹੋਣਾ, ਜਿਵੇਂ ਰਹਿਣਾ ਚਾਹੀਦਾ, ਉਵੇਂ ਨਹੀਂ ਰਹਿ ਪਾ ਰਿਹਾ ਤੂੰ। ਕਿਸੇ ਝੂਠ 'ਚ ਤੂੰ ਆਪਣੇ ਆਪ ਨੂੰ ਲਬਰੇਜ਼ ਕਰਕੇ ਬੈਠਾ। ਇਹ ਤਾਂ ਗੱਲ ਹੈ, ਬੰਦਾ ਦੂਜੇ ਨੂੰ ਝੂਠ ਬੋਲਦਾ, ਦੂਜੇ ਨੂੰ ਕੁਝ ਜਿਹੜੀ ਰੋਂਗ ਇਨਫੋਰਮੇਸ਼ਨ ਇਸ ਤਰੀਕੇ ਨਾਲ ਪ੍ਰੋਵਾਈਡ ਕਰ ਦਿੰਦਾ ਹੈ। ਬੰਦਾ ਆਪਣੇ ਆਪ ਨੂੰ ਵੀ ਚੀਟ ਕਰਦਾ ਹੈ, ਆਪਣੇ ਆਪ ਨੂੰ ਵੀ ਝੂਠ ਬੋਲ ਰਿਹਾ। ਕਿਉਂਕਿ ਜਿਹੜਾ ਸੱਚ ਬੋਲਣਾ ਆ, ਹੁਣ ਜਿਵੇਂ ਅਜੇ ਹੁਣੀ ਜੇ ਮੈਂ ਸ਼ਬਦ ਗਾਇਆ ਮੰਗਲ ਦੇ ਰੂਪ ਦੇ ਵਿੱਚ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਧਾਰਮਿਕ ਬੰਦਾ ਥੋੜ੍ਹਾ ਜਿਹਾ ਵੀ ਧਰਮ ਕਰਮ ਕਰਦਾ, ਤੁਹਾਨੂੰ ਲੱਗਦਾ ਮੈਂ ਗਿਆਨੀ ਬਣ ਗਿਆ,
ਮੈਨੂੰ ਬੜੀ ਸਮਝ ਹੋ ਗਈ ਹੈ। ਦੂਜਿਆਂ ਨੂੰ ਉਹ ਅਕਲ ਵੰਡਦਾ, ਦੂਜਿਆਂ ਨੂੰ ਸਮਝਾਉਂਦਾ ਤੇ ਈਵਨ ਜੱਜ ਕਰਦਾ, ਜਿਹਨੂੰ ਕਿਹਾ ਗਿਆ ਸੀ ਕਿ ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗਮਾਤ। ਆਪਣੇ ਆਪ ਨੂੰ ਕਹਿੰਦਾ ਮੈਂ ਤੇ ਦੀਰਘ ਆ, ਪੂਰਾ ਆ, ਬਾਕੀ ਤੇ ਲਗਾ ਮਾਤਰਾ ਹੀ ਨੇ। ਇਹਨਾਂ ਨੂੰ ਕੀ ਪਤਾ ਹੈਗਾ, ਇਹਨਾਂ ਨੂੰ ਕੀ ਸਮਝ ਹੈਗੀ ਹੈ। ਜੇ ਇਹਨੂੰ ਹੋਰ ਸਰਲ ਕਰ ਲਿਆ ਜਾਏ, ਜੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹਨਾਂ ਦੇ ਪਰਿਵਾਰ ਤੇ ਸਿੱਖਾਂ ਦੀ ਸਾਰੀ ਸਟਰਗਲ ਦੇਖਦੇ ਹਾਂ, ਉਹਦੇ 'ਚ ਜਿਹੜੀ ਹੁਕਮਰਾਨ ਜਮਾਤ ਆ, ਮੈਂ ਉਸ ਦਿਨ ਬਾਤ ਕਰ ਰਿਹਾ ਸੀ ਨਾ ਕਿ ਪੰਮੇ ਪ੍ਰੋਹਿਤ ਨੇ ਬਾਤ ਕਹੀ ਗੁਰੂ ਸਾਹਿਬ ਨੂੰ ਕਿ ਇਹਨਾਂ ਰੰਕਾਂ ਨੂੰ ਤੁਸੀਂ ਰਾਠਾਂ ਦੇ ਮੁਕਾਬਲੇ ਕਿਵੇਂ ਲਿਆ ਸਕਦੇ ਹੋ। ਇਹਨਾਂ ਗਰੀਬਾਂ ਨੂੰ ਭੂਪਤੀ, ਜਿਹੜੇ ਭੂਪਤ ਰਾਜੇ ਨੇ, ਜਿਹੜੇ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਨੇ, ਜਗੀਰਾਂ ਦੇ, ਰਿਆਸਤਾਂ ਦੇ ਮਾਲਕ ਨੇ, ਉਹਨਾਂ ਦੇ ਸਾਹਮਣੇ ਕਿਵੇਂ ਖੜਾ ਕਰ ਸਕਦੇ ਹੋ। ਕਿਉਂਕਿ ਉਹਨੂੰ ਇਹ ਲੱਗਦਾ ਆ, ਉਹਦੀ ਜਿਹੜੀ ਸਮਝ ਆ, ਉਹਦਾ ਜਿਹੜਾ ਗਿਆਨ ਆ ਵੀ ਇਹ ਤੇ ਲੋਅਰ ਕਾਸਟ, ਲੋਅਰ ਕਲਾਸ ਵਿੱਚੋਂ ਆਏ ਲੋਕ ਨੇ, ਇਹਨਾਂ ਦਾ ਕੰਮ ਤੇ ਸਿਰਫ ਮਿੱਟੀ ਢੋਣਾ ਆ, ਇਹਨਾਂ ਦਾ ਕੰਮ ਤੇ ਸਿੱਧੇ ਤੌਰ ਤੇ, ਕਿਉਂਕਿ ਇਹ ਚੀਜ਼ ਉਹਨੂੰ ਉਹ ਜੱਜ ਕਰਦਾ। ਗੁਰੂ ਬਾਬਾ ਜੀ ਬਿਆਨ ਕਰਦੇ ਨਹੀਂ, ਤੇਰੀ ਜੱਜਮੈਂਟ ਗਲਤ ਹੈ। ਗਿਆਨ ਦਾ ਮਾਇਨਾ ਸਹੀ ਰੂਪ ਵਿੱਚ ਸਮਝ ਕੀ ਹੈ। ਗਿਆਨ ਦਾ ਮਾਇਨਾ ਇਹ ਹੈ ਕਿ ਜਿਹਨੂੰ ਤੂੰ ਸਭ ਤੋਂ ਮਾੜਾ ਵੀ ਕਹਿਣਾ, ਮੈਨਿਊਰ, ਰੂੜੀ, ਜਿਹਨੂੰ ਤੁਸੀਂ ਕਹਿ ਲਓ ਕਿ ਜਿਵੇਂ ਭਾਰਤੀ ਭਾਸ਼ਾਵਾਂ ਦੇ ਵਿੱਚ ਕਿਹਾ ਜਾਂਦਾ ਵੀ ਇਹ ਤੇ ਮਿੱਟੀ ਦਾ ਮਾਧ ਹੋਇਆ, ਗੋਬਰ ਗਣੇਸ਼, ਇਸ ਕਿਸਮ ਦੀਆਂ ਜਿਹੜੀਆਂ ਨੇ ਤਖੱਲਸ ਦਿੱਤੀ ਆ, ਐਡਜੈਕਟਿਵ ਦੇ ਦਿੱਤੇ ਜਾਂਦੇ ਨੇ। ਹੁਣ ਜੇ ਗੋਬਰ ਦੀ ਗੱਲ ਕਰੋਗੇ, ਮਿੱਟੀ ਦਾ ਮਾਧੋ ਕਹੋਗੇ, ਮਿੱਟੀ ਮੈਨਿਊਰ ਕੀ ਹੈ? ਸੜਹਾਂਦ ਮਾਰਦੀ ਹੋਈ, ਬਦਬੂ ਮਾਰਦੀ ਹੋਈ ਇੱਕ ਐਸੀ ਮਿੱਟੀ, ਟੌਪ ਸੋਇਲ ਆ ਜਿਹਨੂੰ ਕੋਈ ਲਾਈਕ ਨਹੀਂ ਕਰਦਾ। ਪਰ ਇੱਕ ਸੱਚਾਈ ਹੈ, ਉਸ ਟੌਪ ਸੋਇਲ ਦੇ ਵਿੱਚ ਚੰਗਾ ਕੋਈ ਸੀਡ ਜਿਹੜਾ ਆ, ਉਹਦੀ ਸੋਇੰਗ ਕਰ ਦਿਓ, ਉੱਥੇ ਉਹਨੂੰ ਪਲਾਂਟ ਕਰ ਦਿਓ, ਦੈਨ ਤੁਸੀਂ ਦੇਖੋਗੇ ਕਿ ਇਸ ਤਰੀਕੇ ਦੇ ਨਾਲ ਉੱਥੇ ਗਰੋ ਕਰੇਗਾ। ਵਕਤ ਪਾ ਕੇ ਉਹਦੀ ਕਿਸ ਤਰੀਕੇ ਦੀ ਬਲੌਸਮਸ ਹੋਣਗੇ, ਉਹਦੇ ਵਿੱਚ ਕਿਸ ਕਿਸਮ ਦਾ ਉਹਦੇ ਜਿਹੜਾ ਹੈਗਾ ਫਰੂਟਸ ਲੱਗਣਗੇ, ਕਿਸ ਕਿਸਮ ਦੀ ਉਹਦੇ 'ਚ ਮਿੱਠਾ ਕੀ ਚੀਜ਼ਾਂ ਪ੍ਰਾਪਤ ਹੋ ਸਕਦੀਆਂ। ਪਰ ਇਹ ਜੇ ਅਸੀਂ ਪ੍ਰਾਇਮਰੀ ਸਟੇਜ ਤੇ ਜੱਜ ਕਰ ਲਈਏ ਕਿ ਨਹੀਂ ਨਹੀਂ ਨਹੀਂ, ਇਹ ਬੇਕਾਰ ਹੈ, ਗਾਰਬੇਜ ਹੈ, ਇਹ ਤੇ ਛੱਡੋ ਪਰਾਂ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਹਕੀਕਤ ਇਹ ਹੈ, ਗਿਆਨ ਦਾ ਮਤਲਬ ਇਹ ਸਮਝ ਕਿ ਤੂੰ ਆਲੇ ਦੁਆਲੇ ਜਿਤਨੀ ਕਾਇਨਾਤ ਆ, ਇਹਨੂੰ ਸਹੇਜੇ, ਸਮਝੇ ਤੇ ਆਪਣੇ ਆਪ ਨੂੰ ਇਹ ਦੱਸੇ ਮੈਂ ਦੂਜਿਆਂ ਤੋਂ ਸਿੱਖਣਾ ਆ, ਮੈਂ ਲਰਨ ਕਰਨਾ ਹੈ, ਮੈਂ ਲਰਨਰ ਆ, ਮੈਨੂੰ ਤੇ ਕੁਝ ਵੀ ਨਹੀਂ ਪਤਾ। ਇਹ ਸੱਚ ਹੈ। ਤੇ ਰਿਐਲਿਟੀ 'ਚ ਅਸੀਂ ਇਸੇ ਸਟੇਜ 'ਚ ਖੜਦੇ ਹਾਂ, ਸਾਨੂੰ ਕੁਝ ਵੀ ਨਹੀਂ ਪਤਾ ਕਿਸੇ ਚੀਜ਼ ਬਾਰੇ ਵੀ। ਓਪਨ ਮਾਈਂਡਡ ਹੋ ਕੇ ਆਲੇ ਦੁਆਲੇ ਨੂੰ ਸਮਝਣਾ, ਸਹੇਜਣਾ, ਦੂਜਿਆਂ ਨੂੰ ਮੌਕਾ ਦੇਣਾ, ਦੂਜਿਆਂ ਦੇ ਨਾਲ ਇੰਟਰੈਕਸ਼ਨ ਕਰਨੀ, ਇਹੀ ਐਕਚੁਅਲੀ ਓਪਨ ਮਾਈਂਡਡ ਹੋਣ ਦੀ ਗੱਲ ਹੈ। ਇਹੀ ਟੋਲਰੈਂਸ ਬਿਲਡ ਕਰਨ ਦੀ ਗੱਲ ਹੈ। ਇਹਦੇ ਨਾਲ ਸਮਾਜ ਤਰੱਕੀ ਕਰਦੇ, ਸਮਾਜ ਵੱਧਦੇ, ਪਰਿਵਾਰ ਵੱਧਦੇ। ਜਿੱਥੇ ਬੰਦਾ ਇੱਕ ਐਰੋਗੈਂਸ, ਇੱਕ ਐਸਾ ਬਿਹੇਵੀਅਰ ਡਿਵੈਲਪ ਕਰ ਲੈਂਦਾ ਹੈ, ਯੂ ਨੋ ਇਟਸ ਓਨਲੀ ਮਾਈ ਵੇ, ਮੈਨੂੰ ਪਤਾ ਆ, ਮੈਂ ਜਾਣਦਾ ਸਾਰਾ ਕੁਝ। ਅੰਦਰੋਂ ਆਵਾਜ਼ ਵੀ ਆ ਰਹੀ ਹੁੰਦੀ ਵੀ ਨਹੀਂ ਨਹੀਂ ਤੈਨੂੰ ਕੁਝ ਨਹੀਂ ਪਤਾ, ਤੈਨੂੰ ਬਲਕਿ ਸਿੱਖਣਾ ਚਾਹੀਦਾ, ਤੈਨੂੰ ਸਮਝਣਾ ਚਾਹੀਦਾ। ਇਹ ਜਿਹੜੀ ਪ੍ਰਵਿਰਤੀ ਹੈ, ਇਹ ਆਪਣੇ ਆਪ ਨਾਲ ਸਟਰਗਲ ਕਰਕੇ ਕੂੜ ਵਿੱਚੋਂ ਬਾਹਰ ਨਿਕਲਣ ਦੀ ਹੈ। ਅਦਰਵਾਈਜ਼ ਗੁਰੂ ਸਾਹਿਬ ਨੇ ਬਿਆਨ ਕੀਤਾ ਨਾ ਵੀ ਕੂੜ ਕੂੜਾ ਨਹੀਂ ਲੱਗਾ, ਕੂੜ ਦਾ ਕੂੜ ਨਾਲ ਨਹੀਂ ਲੱਗ ਗਿਆ। ਮੈਂ ਤੇ ਸੀਗਾ ਹੀ ਕੂੜ, ਮਿੱਟੀ ਤੇ ਹੈ ਹੀ ਹੈ, ਸਰੀਰ ਕੁਛ ਵੀ ਨਹੀਂ ਗਾ। ਸੋਚ 'ਚ ਵੀ ਮਿੱਟੀ ਆ ਗਈ, ਕੂੜ ਆ ਗਿਆ। ਹੁਣ ਹਾਲਤ ਇਹ ਹੈ ਕਿ ਹੁਣ ਤੇ ਫਿਰ ਵਿਸਰਿਆ ਕਰਤਾਰ, ਕਰਤਾਰੀ ਹਸਤੀ ਵਿਸਰ ਗਈ। ਤੇ ਕਰਤਾਰ ਦਾ ਵਿਸਾਰਨਾ ਐਕਚੁਅਲ ਜਿਹੜੀ ਹੋਰ ਰੰਗ ਦੇਖੀਏ ਤੇ ਗੁਰਬਾਣੀ ਕਹਿੰਦੀ ਹੈ ਮਨੁੱਖ ਬਣ ਕੇ ਵਿਚਰੇ ਤੇ ਮਾਨਵਤਾ ਦੀ ਸੇਵਾ ਕਰੇ। ਮੇਰੀ ਸਾਰੀ ਬਾਤ ਨੂੰ ਜੇ ਤੁਸੀਂ ਅੱਜ ਦੇ ਪ੍ਰਸੰਗ ਵਿੱਚ ਦੇਖੋਗੇ ਤੇ ਦੇਖੋ, ਸਾਡੇ ਇੱਥੇ ਨੋ ਡਾਊਟ ਠੰਡ ਬਹੁਤ ਹੁੰਦੀ ਹੈ, ਮਾਈਨਸ ਟੈਂਪਰੇਚਰ ਹੋ ਜਾਂਦਾ ਹੈ, ਅਰਾਊਂਡ ਡਬਲ ਫਿਗਰ 'ਚ ਮਾਈਨਸ ਵੀ ਪਿਛਲੇ ਦਿਨਾਂ 'ਚ ਚੱਲਿਆ। ਫੀਲ ਲਾਈਕ ਹੁਣ ਵੀ ਐਕਚੁਅਲੀ -0 ਤੋਂ ਥੱਲੇ ਹੈਗਾ, ਇਸ ਤਰੀਕੇ ਨਾਲ ਹੈ। ਤੇ ਇਸ ਤਰੀਕੇ ਨਾਲ ਟੈਂਪਰੇਚਰ ਅਸੀਂ ਦੇਖਦੇ ਹਾਂ। ਪਰ ਸਾਡੇ ਕੋਲ ਰਿਸੋਰਸਿਸ ਹੈਗੇ ਨੇ, ਐਡੀ ਵੱਡੀ ਬਿਲਡਿੰਗ ਹੈ, ਸਾਰੀ ਦੀ ਸਾਰੀ ਜਿਹੜੀ ਹੈ ਉਹ ਬੜੀ ਵਧੀਆ ਫਰਨਸ ਦੇ ਨਾਲ ਹੀਟ ਹੋ ਰਹੀ ਹੈ। ਅਸੀਂ ਇਹਨੂੰ ਉਸ ਤਰੀਕੇ ਨਾਲ ਬਣਾਇਆ। ਆਪਾਂ ਬੈਕ ਹੋਮ ਦੇਖਦੇ ਹਾਂ,
ਟੈਂਪਰੇਚਰ ਤੇ ਜਿਹੜਾ ਹੈਗਾ ਉਹ ਸਿੰਗਲ ਡਿਜਿਟ ਜਦੋਂ ਜਾਂਦਾ 10 ਤੋਂ ਥੱਲੇ ਜਾਂਦਾ ਤੇ ਉਹ ਹੁੰਦਾ ਤੇ ਡਿਜਿਟ ਸਿੰਗਲ ਹੈ, ਪਰ ਠੰਡ ਬਹੁਤ ਹੁੰਦੀ ਹੈ ਕਿਉਂਕਿ ਰਿਸੋਰਸਿਸ ਨਹੀਂ ਗਏ, ਓਪਨ ਹੈ, ਆਦਤ ਨਹੀਂ ਹੈਗੀ ਉਸ ਤਰੀਕੇ ਨਾਲ। ਤੇ ਉੱਥੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਆਪਣੇ ਪਿੰਡਾਂ ਥਾਵਾਂ ਘਰਾਂ ਤੋਂ ਕੋਈ 400 ਕੋਈ 500 ਕੋਈ 200 ਕੋਈ 300 ਕਿਲੋਮੀਟਰ ਦੂਰ ਸੜਕਾਂ ਰੋਡਾਂ ਤੇ ਪਏ ਨੇ ਉਸ ਰੂਪ ਦੇ ਵਿੱਚ, ਤੇ ਹਜ਼ਾਰਾਂ ਦੀ ਹਜ਼ਾਰਾਂ ਤਾਦਾਦ ਦੇ ਵਿੱਚ ਉਹਨਾਂ ਲੋਕਾਂ ਦੇ ਦੁੱਖ ਨੂੰ ਪੀੜਾ ਨੂੰ ਮਤਲਬ ਉਹਨਾਂ ਦੇ ਸ਼ੂਜ਼ 'ਚ ਖੜੇ ਹੋ ਕੇ ਦੇਖੋ 2 ਪਲ ਲਈ। ਹਕੀਕਤ ਇਹ ਹੈ ਬੰਦਾ ਕੋਈ 2-4 ਘੰਟੇ ਲਈ ਵੀ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾਏ ਤੇ ਉਹਨੂੰ ਹੋਰ ਤਰ੍ਹਾਂ ਫੀਲ ਹੁੰਦਾ। ਇਹ ਸਾਰੇ ਇਸ ਤਰੀਕੇ ਨਾਲ ਸਿਰੜ ਹੀ ਹੈ ਐਕਚੁਅਲ ਲੈਵਲ ਤੇ। ਮੈਂ ਸੋਚਦਾ ਇਹ ਤਾਂ ਉਹਨਾਂ ਲੋਕਾਂ ਦੀ ਖਾਸੀਅਤ ਹੈ, ਖੂਬੀ ਹੈ, ਜਿਹੜੇ ਉੱਥੇ ਕੁਝ ਕਿਰਸਾਨੀ ਦੇ ਲੀਡਰਸ ਨੇ ਜਿਨ੍ਹਾਂ ਨੇ ਜਿਹੜਾ ਹੈਗਾ ਇੱਕ ਲੀਡਿੰਗ ਰੋਲ ਪਲੇ ਕੀਤਾ, ਜਿਨ੍ਹਾਂ ਨੇ ਐਜੂਕੇਟ ਕਰਤਾ ਉਹਨਾਂ ਨੂੰ, ਦੱਸਤਾ ਵੀ ਜੇ ਹੁਣ ਨਾ ਜਾਗੇ, if you're not paying attention at present, then after that it's going to be too late। ਉਹ ਉਸ ਲੈਵਲ ਤੋਂ ਉਹਨਾਂ 'ਚ ਅਵੇਅਰਨੈਸ ਆ ਗਈ। ਤੇ ਹੁਣ ਬਾਤ ਕੀ ਹੈ, ਇੱਥੇ ਡੈਮੋਕ੍ਰੈਟਿਕ ਸਿਸਟਮ ਹੈ। ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਸਰਕਾਰਾਂ ਲੋਕ ਰਾਜ ਦੇ ਵਿੱਚ ਲੋਕਾਂ ਦੁਆਰਾ ਲੋਕਾਂ ਲਈ ਚੁਣੀਆਂ ਜਾਂਦੀਆਂ ਤੇ ਲੋਕਾਂ ਦੇ ਦੁੱਖ ਸੁੱਖ ਦੀ ਪਾਈਵਾਲ ਹੁੰਦੀਆਂ। ਹੁਣ ਬਾਤ ਇਹ ਸਾਰੀ ਉਹ ਕਹਿ ਰਹੇ ਕਿ ਭਾਈ ਗੱਲ ਆ ਤੇ ਉਹਦੇ 'ਚ ਗੱਲ ਇੱਕੋ ਹੀ ਚੀਜ਼ ਆ ਰਹੀ ਹੈ, ਨਹੀਂ ਜੋ ਬਣਾਇਆ ਬੜਾ ਚੰਗਾ ਤੁਹਾਡੇ ਵਾਸਤੇ ਇਸ ਰੂਪ ਦੇ ਵਿੱਚ। ਭਾਈ ਇਹ ਕੀ ਹੈ? ਐਰੋਗੈਂਸ। ਇਹ ਅਲਾਮਤ ਹੈ। ਇਹਦੇ ਵਿੱਚ ਮਤਲਬ ਨਾ ਤੇ ਉਸ ਧਿਰ ਦਾ ਭਲਾ ਹੈ ਜਿਹਨੇ ਬਣਾਇਆ, ਜਿਹਨੇ ਸਾਜਿਆ, ਤੇ ਨਾ ਉਸ ਧਿਰ ਦਾ ਤੇ ਭਲਾ ਹੈ ਹੀ ਨਹੀਂ ਜਿਹਦੇ ਵਾਸਤੇ ਬਣਾਇਆ। ਉਹ ਤੇ ਵਿਚਾਰੀ ਰੋ ਰਹੀ ਹੈ, ਉਹ ਤੇ ਕਲਪ ਰਹੀ ਹੈ ਆਲਰੇਡੀ। ਸੋ ਇਹ ਹੈ ਇੱਕ ਕੂੜ, ਤੇ ਕੂੜ ਇਹ ਹੈ ਮੈਨੂੰ ਮੇਰੇ ਮਨ ਭਾਉਂਦੇ ਰਿਜ਼ਲਟਸ ਮਿਲਣਗੇ। ਭਾਈ ਮਨ ਭਾਉਂਦੇ ਰਿਜ਼ਲਟਸ ਜਿਹੜੇ ਨੇ ਉਹ ਇਸ ਤਰ੍ਹਾਂ ਨਹੀਂ ਮਿਲਦੇ। ਬਾਕੀ ਜਿਹੜੀ ਖਲਕਤ ਆ, ਅਸੀਂ ਗੁਰੂ ਸਾਹਿਬ ਦੇ ਗੁਰੂ ਦਾ ਅਸੀਂ ਸਤਿਕਾਰ ਇੰਤਹਾ ਤਾਂ ਕਰਦੇ ਹਾਂ। ਜੇ ਅਸੀਂ ਗੁਰਬਾਣੀ ਨੂੰ ਪੜ੍ਹੀਏ ਤੇ ਗੁਰੂ ਹਿਸਟਰੀ ਨੂੰ ਪੜ੍ਹੀਏ, ਗੁਰੂ ਸਾਹਿਬ ਦੇ ਬਚਨਾਂ 'ਚ ਬਾਤ ਆਉਂਦੀ ਹੈ ਵੀ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ। ਗੁਰੂ ਬੜਾ ਵੱਡਾ ਆ, ਪਰ ਗੁਰੂ ਤੋਂ ਵੱਡੀ ਸੰਗਤ ਹੈ। ਜਿੱਥੇ ਸੰਗਤ ਨੇ ਕਹਿ ਦਿੱਤਾ ਵੀ ਗੁਰੂ ਬਾਬਾ ਜੀ, ਉਹਨੇ ਕਹੀ 7 ਬਚਨ। ਕਿਉਂਕਿ ਐਂਡ ਆਫ ਦਾ ਡੇ ਈਵਨ ਜੇ ਧਰਮ ਦੀ ਵੀ ਗੱਲ ਕਰੀਏ, ਸਿੱਖੀ ਦੀ ਗਲੋਰੀ ਕਿਉਂ ਹੈ ਇੰਨੀ ਇਸ ਰੂਪ ਵਿੱਚ? ਧਰਮ ਬੰਦੇ ਲਈ ਹੈ, ਬੰਦਾ ਧਰਮ ਲਈ ਨਹੀਂ ਹੈ। ਰਾਜ ਭਾਗ ਪਾਲਿਸੀ ਸਟੇਟ ਲਾ ਬੰਦੇ ਲਈ ਹੈ, ਬੰਦਾ ਉਹਦੇ ਲਈ ਨਹੀਂ ਹੈਗਾ। ਐਜ਼ ਏ ਹਿਊਮਨ ਲਾਈਫ ਅਵੇ ਇੰਪੋਰਟੈਂਟ ਹੈ, ਹਿਊਮੈਨਿਟੀ ਅਵੇ ਇੰਪੋਰਟੈਂਟ ਦੈਨ ਐਨੀਥਿੰਗ ਐਲਸ। ਬਾਕੀ ਸਾਰਾ ਕੁਝ ਉਹਦੇ ਮੈਚ ਤੇ ਅਸੀਂ ਕਰਨਾ ਹੁੰਦਾ ਹੈ। ਸੋ ਇਹ ਚੀਜ਼ ਜਿਹੜੀ ਮੌਲਿਕ ਰੂਪ ਵਿੱਚ ਬਾਤ ਕਰ ਰਹੇ ਹਾਂ ਕਿ ਕੋਈ ਵੀ ਜੀਵਨ ਦੇ ਵਿੱਚ ਸਾਡੀ ਸੋਚ ਆ ਉਹ ਕਿਸੇ ਕੂੜ ਵਿੱਚੋਂ ਆਵੇ, ਤੇ ਕੂੜ ਇਹ ਹੈ ਮੈਂ ਸੱਚ ਨੂੰ ਅੱਖੋਂ ਪਰੋਖੇ ਕਰਾਂ। ਸੂਰਜ ਚੜ੍ਹ ਰਿਹਾ ਹੋਏ ਤੇ ਮੈਂ ਕਹਾਂ ਨਹੀਂ ਇਹ ਵੈਸੇ ਹੀ ਲਾਲੀ ਹੈ, ਸੂਰਜ ਨਹੀਂ ਚੜ੍ਹ ਰਿਹਾ। ਉਹ ਨਹੀਂ ਇਸ ਚੀਜ਼ ਨੇ ਭਾਈ ਮੈਂ ਚੀਟ ਕਿਹਨੂੰ ਕਰ ਰਿਹਾ, ਇਸ ਕੂੜ 'ਚ ਜੀਆਂਗਾ, ਅਲਾਮਤ ਹੋਏਗੀ। ਫਿਰ ਇਹਦੇ ਕਈ ਰੰਗ ਨੇ। ਸਪੋਜ਼ ਕੁਛ ਚੀਜ਼ਾਂ ਦੱਸਦੀਆਂ ਨੇ, ਜਿਵੇਂ ਮੈਂ ਤਾਂ ਲੰਬੇ ਸਮੇਂ ਤੋਂ ਮੈਂਟਲ ਹੈਲਥ ਐਡਿਕਸ਼ਨ 'ਚ ਕੰਮ ਕਰ ਰਿਹਾ, ਤੇ ਐਡਿਕਸ਼ਨ 'ਚ ਸਭ ਤੋਂ ਵੱਡੀ ਅਲਾਮਤ ਹੁੰਦੀ ਡਿਨਾਇਲ। ਪੀਪਲ ਟਰਾਈ ਟੂ ਡਿਨਾਈ, ਜਿਵੇਂ ਸਪੋਜ਼ ਘਰ ਵਾਲੇ ਕਹਿਣਗੇ ਭਾਈ ਸਾਹਿਬ ਸਾਡੇ ਬੱਚੇ ਨੂੰ ਬੜਾ ਇਸ਼ੂ ਹੈ, ਇਹਨੂੰ ਮਦਦ ਚਾਹੀਦੀ ਹੈ, ਇਹਦੇ ਨਾਲ ਗੱਲ ਕਰੋ, ਉਹਦੇ ਨਾਲ ਗੱਲ ਕਰੋ। ਭਾਈ ਉਹ ਅੱਗੋਂ ਕਹਿੰਦੇ ਨੋ ਆਈ ਡੋਂਟ ਹੈਵ ਐਨੀ ਪ੍ਰੋਬਲਮ। ਅੱਛਾ, so that means your actually family members are your enemy. No, they're not my enemy. Then why? They don't like you? No, I'm not saying it. But at the same time, something they are witnessing, they are observing, they are noticing, but at the same time you are denying. So can you explain it? ਹੁਣ ਇੱਥੇ ਕੀ ਹੈ? ਇਹ ਨਹੀਂ ਉਹਨੂੰ ਸਮਝ ਨਹੀਂ ਆ ਰਹੀ, ਉਹਨੂੰ ਪਤਾ ਆ ਚੀਟ ਕਰ ਰਿਹਾ, ਝੂਠ ਬੋਲ ਕੇ ਆਪਣੇ ਆਪ ਨੂੰ ਦੱਸ ਰਿਹਾ। ਇਹ ਚੀਜ਼ ਇਸ ਰੂਪ ਵਿੱਚ ਹੋ ਰਹੀ। ਇਹਨੂੰ ਹੋਰ ਸਰਲ ਕਰ ਦੇਣਾ ਵਾ ਮੈਂ। ਦੇਖੋ ਚੀਜ਼ਾਂ ਕਿਸ ਰੂਪ ਵਿੱਚ ਹੁੰਦੀਆਂ ਨੇ ਕਿ ਸਪੋਜ਼ ਮੈਨੂੰ ਯਾਦ ਆ, ਮੈਂ ਇੱਕ ਐਗਜ਼ਾਮਪਲ ਛੋਟੀ ਜਿਹੀ ਦੇਵਾਂ ਆਪਣੀ ਸਕੂਲਿੰਗ ਦੇ ਵਿੱਚੋਂ। ਅਤੇ ਸਾਡੀ ਬਿਲਕੁਲ
ਗ੍ਰੇਡ 11 ਜਿਵੇਂ ਉੱਥੇ +1 ਹੁੰਦਾ ਉਸ ਸਮੇਂ ਦੀ ਗੱਲ ਹੋਣੀ, ਐਡਮਿਸ਼ਨ ਮੈਟ੍ਰਿਕ ਤੋਂ ਬਾਅਦ ਲਿਆ, ਥੋੜ੍ਹਾ ਮਾਹੌਲ ਬਦਲਦਾ, ਸਕੂਲਿੰਗ ਪਹਿਲਾਂ ਬੜੀ ਇੰਟੈਂਸ ਹੁੰਦੀ ਹੈ, ਗ੍ਰੇਡ 11 ਦੇ ਚੁੱਕੇ ਥੋੜ੍ਹੇ ਮੈਚਿਓਰ ਹੋ ਗਏ ਨੇ, ਲੈਟ ਦੈਮ ਐਕਚੁਅਲੀ ਗਿਵ ਲਿਟਲ ਬਿਟ ਫਰੀਡਮ, ਤੁਹਾਨੂੰ ਸ਼ਾਇਦ ਪਤਾ ਹੋਏਗਾ, ਥੋੜ੍ਹੀ ਫਰੀਡਮ ਦਿੱਤੀ ਜਾਂਦੀ। ਉਹਨੇ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਪ੍ਰੈਪ ਹੁੰਦੀ ਸੀ, ਇਹਨੂੰ ਐਕਚੁਅਲ ਲੈਵਲ 'ਤੇ ਪ੍ਰੈਪਰੇਸ਼ਨ ਹੁੰਦੀ ਹੈ ਯੂਨੀਵਰਸਿਟੀ ਜਾਂ ਕਾਲਜ ਵਾਸਤੇ, ਸੋ ਨੈਕਸਟ ਸਟੈਪ ਜਾਣਾ ਇਹਨਾਂ ਨੇ ਥੋੜ੍ਹੀ ਜਿੱਥੇ ਉਸ ਕਾਲਜ ਲਾਈਫ ਦੀ ਖੁੱਲ੍ਹਦੇ ਜੋ ਥੋੜ੍ਹਾ ਜਿਹਾ ਸਕੂਲ ਵਾਲਾ ਡਿਸਿਪਲਿਨ ਇਨ ਬਿਟਵੀਨ ਬੜਾ ਵਧੀਆ ਤਰੀਕੇ ਨਾਲ ਇੱਕ ਟ੍ਰਾਂਜੀਸ਼ਨਲ ਪੀਰੀਅਡ ਹੁੰਦਾ ਕਿ ਇੱਕਦਮ ਜਿਹੜਾ ਹੈਗਾ ਇੰਸਟੈਂਟ ਜਿਹੜਾ ਡਿਸਿਪਲਿਨ ਹੈ ਉਸ ਤੋਂ ਇੱਕਦਮ ਬਾਹਰ ਹੌਲੀ ਹੌਲੀ ਕਰਕੇ ਕੱਢਿਆ ਜਾਏ ਨਾ, ਐਸਾ ਨਾ ਇੱਕਦਮ ਇਹ ਮਤਲਬ ਉਹ ਜੇ ਉਸ ਤਰੀਕੇ ਨਾਲ ਜਿਹੜੀ ਬਾਤ ਹੁੰਦੀ ਹੈ। ਇੱਥੇ ਹਾਈ ਸਕੂਲ ਗ੍ਰੇਡ 9 ਦੇ ਵਿੱਚ ਇੱਕਦਮ ਸਿੱਧੇ ਬੱਚੇ ਉਡਾਰੂ ਹੋ ਜਾਂਦੇ ਨੇ ਬਹੁਤ ਜ਼ਿਆਦਾ, ਕਿਉਂਕਿ 4 ਸਾਲ ਦਾ ਪੀਰੀਅਡ ਆਫ ਟਾਈਮ ਹੁੰਦਾ, ਹਾਲਾਂਕਿ ਬਹੁਤ ਜ਼ਿਆਦਾ ਮੈਂ ਸਮਝਦਾ ਆਪਣੇ ਤੌਰ 'ਤੇ 2 ਸਾਲ ਥੋੜ੍ਹੇ ਮੈਚਿਓਰ ਵੀ ਹੁੰਦੇ ਨੇ ਉਸ ਤੋਂ ਬਾਅਦ, ਪਰ ਐਕਚੁਅਲ ਲੈਵਲ 'ਤੇ ਗ੍ਰੇਡ 9 ਤੋਂ ਬਾਅਦ ਜਿਹੜਾ ਹੈਗਾ ਫਿਰ 9-10 'ਚ ਮੋਸਟਲੀ ਬੱਚਿਆਂ 'ਚ ਵੱਡੇ ਲੈਵਲ 'ਤੇ ਖਰਾਬੀ ਆਉਂਦੀ ਹੈ। ਜਿਹੜੇ ਇੱਥੇ ਥੋੜ੍ਹਾ ਸੈੱਟ ਹੋ ਕੇ ਨਿਕਲ ਜਾਂਦੇ ਨੇ 10-11 ਅੱਗੇ ਉਹ ਈਜ਼ੀਲੀ ਖੜ ਜਾਂਦੇ ਨੇ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ ਉੱਥੇ ਬਾਤ ਇਹ ਹੋਈ ਕਿ ਗ੍ਰੇਡ 11 ਦੇ ਵਿੱਚ ਅਤੇ ਗ੍ਰੇਡ 12 ਦੇ ਕੁਛ ਬੱਚੇ ਸੀਨੀਅਰ ਨੇ ਸਾਡੇ ਤੋਂ, ਅਤੇ ਉਹ ਜੇ ਸਕੂਲਿੰਗ ਸ਼ੁਰੂ ਹੋਈ ਹੈ ਅਤੇ ਅਸੀਂ ਕਿਸੇ ਗਰੁੱਪ 'ਚ ਬੈਠੇ ਹਾਂ ਅਤੇ ਉਹ ਆ ਕੇ ਸਾਨੂੰ ਜਿਹੜਾ ਹੈਗਾ ਉਹ ਸਾਡੀ ਮੈਂਟਰਿੰਗ ਕਰ ਰਹੇ ਨੇ, ਸਾਨੂੰ ਇੱਕ ਦਿਨ ਦੱਸ ਰਹੇ ਨੇ ਉਹ ਪੜ੍ਹਾਈ ਕਰਕੇ ਕੁਛ ਨਹੀਂ ਹੁੰਦਾ, ਉਹ ਫਲਾਣੇ ਨੇ ਦੇਖ ਉਹਨੇ ਪੜ੍ਹਾਈ ਕੀਤੀ ਜੋਬ ਹੀ ਨਹੀਂ ਮਿਲੀ, ਫਲਾਣੇ ਨੇ ਕੀਤੀ, ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ। ਐਂਡ ਵੀ ਆਰ ਟੋਟਲੀ ਐਕਚੁਅਲੀ ਨਿਊ ਇਨ ਦੋਜ਼ ਕਲਾਸਿਸ ਐਂਡ ਐਟ ਦ ਸੇਮ ਟਾਈਮ ਅਸੀਂ ਉਹਨੂੰ ਪਰਸੀਵ ਕਰ ਰਹੇ ਹਾਂ, ਉਹਨਾਂ ਦੇ ਓਪੀਨੀਅਨ ਐਕਸਪਰਟ ਲੋਕ ਨੇ ਬਾਈ ਓਪੀਨੀਅਨ ਦੇ ਰਹੇ ਨੇ ਸਾਨੂੰ ਇਸ ਤਰੀਕੇ ਨਾਲ। ਬਾਈ ਚਾਂਸ ਸਾਰੀ ਗੱਲ ਦੀ ਈਵ ਡਰੋਪਿੰਗ ਕਰ ਰਿਹਾ ਸਾਡਾ ਕੋਲ ਹੀ ਜਿਹਨੂੰ ਅਸੀਂ ਕਹਿੰਦੇ ਹੁੰਦੇ ਸੀਗੇ PT ਫਿਜ਼ੀਕਲ ਟ੍ਰੇਨਰ, ਜਿਹੜੇ ਇੱਥੇ ਫਿਜ਼ੀਕਲ ਟੀਚਰਸ ਹੁੰਦੇ ਨੇ, ਉਹ ਸਾਰਾ ਕੁਝ ਸੁਣ ਰਿਹਾ। ਖੈਰ ਉਹਨੇ ਇੱਕਦਮ ਸੁਣਦੇ ਵਿੱਚ ਇੰਟਰਵੈਂਸ਼ਨ ਕੀਤੀ, ਉਹ ਆ ਗਿਆ, ਉਹ ਆ ਕੇ ਕਹਿੰਦਾ ਇੱਕ ਮਿੰਟ ਲਈ, ਕਹਿੰਦਾ ਬਾਤ ਇਹ ਹੈ ਵੀ ਆਪਣੀ ਭਾਸ਼ਾ ਦੇ 'ਚ ਬੋਲਿਆ, ਉਹਦਾ ਨਾਂ ਲੈ ਕੇ ਦੱਸਦਾ, ਕਹਿੰਦਾ ਅੱਛਾ ਤੂੰ ਇਹ ਦੱਸ 11 ਦੇ ਵਿੱਚੋਂ ਤੂੰ ਕਿੰਨੇ % ਨੰਬਰ ਲੈ ਕੇ ਪਾਸ ਹੋਇਆ ਸੀਗਾ। ਜਦੋਂ ਇਹ ਗੱਲ ਪੁੱਛੀ ਨਾਲ ਵਾਲਾ ਉਹਦਾ ਦੋਸਤ ਬੋਲਦਾ ਹੋਇਆ ਕਹਿੰਦਾ ਜੀ ਇਹ ਪਾਸ ਨਹੀਂ ਹੋਇਆ, ਇਹਦੀ ਕੰਪਾਰਟਮੈਂਟ ਆ, ਇਹਦੇ 'ਚ 2 ਪੇਪਰ ਰਹਿੰਦੇ ਨੇ। ਕਹਿੰਦਾ ਚੱਲ ਠੀਕ ਆ, ਤੂੰ ਕਿੰਨੇ % ਲਏ ਸੀਗੇ? ਕਹਿੰਦਾ ਜੀ ਬਸ ਬੋਟਮ 'ਤੇ ਹੀ ਪਾਸ ਹੋਇਆ, 33 ਤੇ ਪਾਸ ਕਹਿੰਦੇ ਨੇ, 39% ਤੇ। ਠੀਕ ਆ, ਦੂਜੇ ਨੂੰ ਪੁੱਛਿਆ, ਕਹਿੰਦੇ ਇਹ ਸਾਰੀਆਂ ਗੱਲਾਂ ਤੁਸੀਂ ਇਹਨਾਂ ਨੂੰ ਨਹੀਂ ਸੁਣਾ ਰਹੇ, ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਰ ਰਹੇ ਹੋ, ਕਿਉਂਕਿ ਤੁਹਾਡਾ ਅੰਦਰ ਬੋਲ ਰਿਹਾ ਹੈ ਕਿ ਯੂ ਆਰ ਫੇਲ। ਜਿਸ ਕੰਮ ਵਾਸਤੇ ਆਏ ਸੀ ਸਕੂਲ ਵਿੱਚ ਉਹ ਤਾਂ ਕੰਮ ਹੋਇਆ ਨਹੀਂਗਾ, ਹੁਣ ਦਿੱਕਤ ਇਹ ਹੈ ਵੀ ਕੀਤਾ ਕਿਵੇਂ ਜੇ ਜਸਟੀਫਾਈ ਕਰਾਂਗੇ। ਸੋ ਇਸ ਝੂਠ ਨੂੰ ਕਿੰਨੀ ਦੇਰ ਬੋਲੋਗੇ? ਆਪ ਆਪਣੇ ਲਈ ਬੋਲ ਰਹੇ ਹੋ, ਇਹਨਾਂ ਬੱਚਿਆਂ ਲਈ ਬੋਲ ਰਹੇ ਹੋ, ਬਾਹਰ ਆਓ ਇਹਦੇ ਤੋਂ। ਬਲਕਿ ਦੱਸੋ ਕਿ ਯੈਸ accept it, we made some mistakes, we made some errors, and please take us as example and don't do like us, study hard। ਇਹ ਜਿਹੜੀ ਚੀਜ਼ ਆ, ਬੰਦਾ ਆਪ ਫੇਲ ਵੀ ਹੋ ਜਾਏ, ਬੰਦਾ ਆਪ ਗਲਤ ਪਾਸੇ ਜਾ ਵੀ ਰਿਹਾ ਹੋਏ ਪਰ ਦੂਜੇ ਨੂੰ ਸੱਚ ਬੋਲੇ, ਤੇ ਫਿਰ ਇਹ ਹੈ ਇਹਦੇ ਨਾਲ ਆਪਣੇ ਆਪ ਨੂੰ ਮੇਰੇ ਲਾਈ ਹੁੰਦਾ ਆ, ਆਪਣੇ ਆਪ ਨੂੰ ਸੈਲਫ ਰਿਲਾਈਜੇਸ਼ਨ ਹੁੰਦੀ ਹੈ, ਵੇਅਰ ਟੂ ਗੋ, ਜਾਣਾ ਕਿਸ ਪਾਸੇ ਹੈ। ਗੁਰੂ ਬਾਬਾ ਜੀ ਕਹਿੰਦੇ ਇਹ ਸੱਚ ਆ, ਇਹ ਸੱਚਿਆਰ ਹੈ, ਇਹ ਕੂੜ ਦੀ ਪਾਲ ਆਪਣੇ ਅੰਦਰੋਂ ਤੋੜਨੀ ਹੈ। ਇੱਥੇ ਸ਼ਬਦ ਆ ਰਿਹਾ, ਮਹਾਰਾਜ ਕਹਿੰਦੇ ਸੱਚੇ ਭਗਤ ਸੋਹੈ ਦਰਬਾਰੇ। ਫਿਰ ਉਹ ਹਰ ਦਰਬਾਰ ਵਿੱਚ ਸ਼ੋਭਦੇ ਨੇ। ਪਹਿਲਾ ਦਰਬਾਰ ਤੇ ਆਪਣੀ ਕੌਨਸ਼ੀਅਸ ਹੀ ਹੈ, ਬੀਤੇ ਕੱਲ ਵੀ ਬਾਤ ਹੋਈ ਸੀ। ਤੇ ਜਿਸ ਦਰਬਾਰ ਤੋਂ ਅਸੀਂ ਵੱਡੇ ਦਰਬਾਰ ਵਿੱਚ ਚਲੇ ਜਾਈਏ, ਜਿੱਥੇ ਕਾਬਲੀਅਤ ਹੈ, ਜਿੱਥੇ ਬੰਦੇ ਦੇ ਕੋਲ ਕੈਲੀਬਰ ਆ, ਬੰਦੇ ਦੇ ਕੋਲ ਐਬਿਲਿਟੀ ਹੈ, ਬੰਦੇ ਦੇ ਕੋਲ ਕਿਰਦਾਰੀਅਤ ਹੈ, ਕਰੈਕਟਰ ਜਿਹਨੂੰ ਕਹਿੰਦੇ ਹਾਂ ਅਸੀਂ, ਉਹਦੀ ਚੜ੍ਹਦੀ ਕਲਾ ਜੈ ਜੈਕਾਰ, ਉਹਨੂੰ ਹਰ ਮੈਦਾਨੇ ਫਤਿਹ ਹੈ, ਉਹਨੂੰ ਹਰ ਜਗ੍ਹਾ ਤੇ ਸੋਭਾ ਆ। ਸਾਹਿਬ ਨੇ ਕਿਹਾ ਸੱਚੇ ਭਗਤ ਸੋਹੈ ਦਰਬਾਰ ਹੈ, ਸੱਚੋ ਸੱਚ ਵਖਾਣੇ ਰਾਮ। ਫਿਰ ਉਹ ਵਿਆਖਿਆਨ ਜਿਹੜਾ ਹੈ ਉਹਨਾਂ ਦਾ ਕੱਲਾ ਮੂੰਹ ਨਹੀਂ ਕਰਦਾ, ਬਲਕਿ ਉਹ ਆਪ ਤੇ ਬੋਲਦੇ ਵੀ ਨਹੀਂ, ਲੋਕ ਬੋਲਦੇ ਨੇ। ਜਿਹੜੇ ਆਲਾ ਦੁਆਲਾ ਆ, ਇਹ ਤੁਹਾਨੂੰ ਐਵੇਂ ਨਹੀਂ ਕਿ ਤੁਹਾਨੂੰ ਓਬਜ਼ਰਵ ਨਹੀਂ ਕਰਦਾ, ਤੁਹਾਨੂੰ ਓਬਜ਼ਰਵ ਕਰਦੀ ਪੂਰੀ ਦੁਨੀਆ। ਜੇ ਕੋਈ ਬਾਤ ਹੋਰ ਕਹਾਂ, ਅੱਜ ਦੇ ਪ੍ਰਸੰਗ ਦੇ ਵਿੱਚ ਹੀ ਖਾਲਸਾ ਏਡ ਬਾਰੇ ਸਾਰੀ ਦੁਨੀਆ ਵਾਕਫ ਹੈ, ਤੇ ਕੌਣ ਨਹੀਂ ਜਾਣਦਾ। ਜਿਹੜੇ ਲੋਕ ਥੋੜ੍ਹਾ ਬਹੁਤਾ ਵੀ ਮਨੁੱਖਤਾ ਨਾਲ ਜੁੜੇ ਨੇ, ਵੱਖਰੇ ਵੱਖਰੇ ਜਗ੍ਹਾ 'ਤੇ ਜਿਹੜੇ ਖਾਸ ਕਰਕੇ ਹਿਊਮੈਨਿਟੀ ਵਾਸਤੇ ਕੁਝ ਕੰਮ ਕਾਜ ਹੁੰਦੇ ਨੇ,
ਚੈਰੀਟੇਬਲ ਵਰਕਸ ਹੁੰਦੇ ਨੇ, ਉਹਨਾਂ ਨੂੰ ਪਤਾ ਹੈ ਸੰਸਥਾ ਕੈਸੀ ਹੈ। ਖੈਰ ਰੀਸੈਂਟਲੀ ਉੱਥੇ ਇੱਕ ਖਾਸ ਸਕੂਲ ਦੇ ਲੋਕ ਤੇ ਉਹਨਾਂ ਨਾਲ ਜੁੜਿਆ ਹੋਇਆ ਇੱਕ ਖਾਸ ਮੀਡੀਆ ਉਹਨੂੰ ਬੜੇ ਉਹਦੇ ਖਿਲਾਫ ਬੋਲਿਆ, ਬੜਾ ਕੁਛ। ਮੈਂ ਅੱਜ ਕੁਝ ਟਿੱਪਣੀਆਂ ਪੜ੍ਹ ਰਿਹਾ ਸੀਗਾ, ਸਾਡੇ ਬਰੈਂਪਟਨ ਦੇ ਮੇਅਰ ਨੇ ਵੀ ਜਿਹੜਾ ਟਵੀਟ ਕੀਤਾ ਆ, ਉਹ ਕਾਫੀ ਲੋਕਾਂ ਨੇ, ਮਤਲਬ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈ, ਤੁਹਾਡਾ ਕੰਮ ਬੋਲ ਰਿਹਾ ਆ, ਲੋਕ ਬੋਲ ਰਹੇ ਨੇ ਤੁਹਾਨੂੰ। ਅਲਟੀਮੇਟਲੀ ਇਹ ਚੀਜ਼ ਆਪਣੇ ਇਹੀ ਹੈ ਅਸਲ ਦੇ ਵਿੱਚ ਸੱਚ ਦਾ ਵਿਆਖਿਆਨ ਹੋਣਾ। ਸੱਚ ਮਰਦਾ ਨਹੀਂ ਗਾ, ਇਹ ਚੀਜ਼ ਆਪ ਮੁਹਾਰੇ ਫਿਰ ਸਾਹਮਣੇ ਆਉਂਦੀ ਹੈ। ਤੇ ਇਹ ਪ੍ਰੇਰਨਾ ਸਾਡੇ ਸਾਰਿਆਂ ਵਾਸਤੇ ਹੈ, ਕੋਈ ਵੀ ਕੰਮ ਆ। ਨਹੀਂ ਤੇ ਕਈ ਵਾਰ ਬੰਦਾ ਜਦੋਂ ਬਹੁਤ ਸਵਾਰਥੀ ਜਿਹਾ ਹੋ ਜਾਂਦਾ ਨਾ, ਤੇ ਫਿਰ ਕਈ ਵਾਰੀ ਬੰਦਾ ਇਹ ਵੀ ਸੋਚਦਾ, ਹਾਲਾਂਕਿ ਸਾਡੇ ਲੋਕਾਂ ਨੇ ਕਈਆਂ ਨੇ ਇਹੋ ਜਿਹੀਆਂ ਚੀਜ਼ਾਂ ਬੋਲੀਆਂ ਲਿਖੀਆਂ ਵੀ ਉਹ ਬਾਹਰ ਲੰਗਰ ਲਾ ਰਹੇ ਹੋ, ਖੇਤੀ ਲਾਉਣ ਦੀ ਕੀ ਲੋੜ, ਆਪਣਾ ਘਰ ਸਵਾਰ ਲਓ ਪਹਿਲਾਂ। ਲੈ ਦੱਸੋ, ਇਹ ਅਫਰੀਕਾ 'ਚ ਤੁਰੇ ਫਿਰਦੇ ਨੇ, ਇਹ ਸੀਰੀਆ 'ਚ ਤੁਰੇ ਫਿਰਦੇ ਨੇ, ਦੱਸੋ ਐਵੇਂ ਮਤਲਬ ਹੈ ਹੀ ਨਹੀਂ ਕੁਛ, ਸੁੱਕੀ ਚੌਧਰ ਭਾਲਦੇ ਸਭ ਕੁਛ। ਭਾਈ ਗੱਲ ਇਹ ਹੈ, ਮਨੁੱਖ ਨੂੰ ਮਨੁੱਖ ਕਰਕੇ ਸਮਝਿਆ ਜਾਏ। ਸਾਰੀ ਦੁਨੀਆ ਦੇ ਵਿੱਚ ਮਾਨਵਤਾ ਹੈ। ਜਿੱਥੇ ਕਿਤੇ ਕੋਈ ਦਰਦ 'ਚ ਆ, ਕੋਈ ਪੀੜਾ 'ਚ ਆ, ਕੋਈ ਦੁੱਖ 'ਚ ਆ, ਜੇ ਤੁਸੀਂ ਉਹਦੀ ਪੀੜਾ ਦਰਦ ਨੂੰ ਥੋੜ੍ਹਾ ਬਹੁਤਾ ਜੇ ਐਟਲੀਸਟ ਦੂਰ ਨਹੀਂ ਕਰ ਸਕਦੇ, ਤੇ ਉਸ ਨੂੰ ਕੁਝ ਉਸ ਲੈਵਲ 'ਤੇ ਕੰਫਰਟ ਹੀ ਫੀਲ ਕਰਾ ਸਕਦੇ ਹੋ। ਵਾਟ ਐਲਸ, ਹੋਰ ਐਕਸਟਰਾ ਤੁਹਾਨੂੰ ਇੰਨਾ ਕੁ ਤਾਂ ਕਰ ਹੀ ਸਕਦੇ ਹੋ ਨਾ। ਤੇ ਫਿਰ ਇਹ ਬੰਦਾ ਕਹੇਗਾ ਇਹਦਾ ਮਿਲੇਗਾ ਕੀ, ਵੀ ਮਿਲੇਗਾ ਆ ਜੋ ਆ ਮੈਂ ਹੁਣ ਬਾਤ ਕੀਤੀ ਹੈ। ਸੱਚ ਦਾ ਬੀਜ ਥੋੜ੍ਹਾ ਮਰਦਾ ਆ। ਜੋ ਚੀਜ਼ ਤੁਸੀਂ ਕਹੋਗੇ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਸਭ ਕਹਿੰਦੇ ਚੇਤੇ ਰੱਖੀ, ਇਹ ਕਰਤਾਰੀ ਦੁਨੀਆ ਜਿਹੜੀ ਐਸੀ ਹੈ ਕਿ ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਕਰਮਾ ਸੰਧੜਾ ਖੇਤ ਹੈ। ਜਿੱਥੇ ਜਿੱਥੇ ਜੋ ਬੀਜਦੇ ਜਾਓਗੇ ਅਲਟੀਮੇਟਲੀ ਵੱਢੋਗੇ ਉਸ ਨੂੰ। ਤੇ ਕੁਦਰਤ ਮੇਕ ਸ਼ੋਰ ਕਰੇਗੀ ਕਿ ਤੁਸੀਂ ਆਪਣੇ ਪੂਰੇ ਹਿੱਸੇ ਨੂੰ ਵੱਢ ਕੇ ਲਗੋ, ਉਹਨੂੰ ਤੁਹਾਡੀ ਝੋਲੀ ਪਾਏਗੀ, ਦਾਮਨ 'ਚ ਪਾਏਗੀ। ਇਹ ਮਦਰ ਨੇਚਰ ਦਾ ਲਾਅ ਆ। ਤੁਸੀਂ ਕਦੀ ਦੇਖੋ, ਅਸੀਂ ਇਹਨੂੰ ਫਿਜ਼ੀਕਲ ਸਾਇੰਸ ਵਿੱਚ ਕਿਸੇ ਹੋਰ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ। ਦਾਨੇ ਲੋਕਾਂ ਨੇ ਕਿਹਾ ਤੁਹਾਡੇ ਹੱਥ 'ਚ ਬੋਲ ਆ, ਤੁਸੀਂ ਜਿੰਨੀ ਜ਼ੋਰ ਲਾ ਕੇ ਗਰਾਊਂਡ 'ਤੇ ਮਾਰੋਗੇ, ਉਤਨੀ ਜ਼ੋਰ ਤੋਂ ਕਿਤੇ ਵੱਧ ਕੇ ਗਰਾਊਂਡ ਉਹਨੂੰ ਬੈਕ ਬਾਉਂਸ ਕਰੇਗਾ, ਵਾਪਸ ਭੇਜੇਗਾ। ਜੇ ਤੁਸੀਂ ਜਿੰਨੀ ਜ਼ੋਰ ਲਾ ਕੇ ਅਸਮਾਨ ਵੱਲ ਸੱਟੋਗੇ, ਉਸ ਤੋਂ ਕਿਤਨੀ ਰਫ਼ਤਾਰ ਦੇ ਨਾਲ ਫਿਰ ਵਾਪਸ ਆਏਗਾ। ਇਹ ਕੀ ਹੈ? ਬੰਦਾ ਕਹੇਗਾ ਇਸੇ ਐਕਚੁਅਲੀ ਫਿਜ਼ੀਕਲ ਲਾ ਹੈ, ਗ੍ਰੈਵਿਟੀ ਦਾ ਲਾ ਹੈ, ਜਾਂ ਲਾ ਆਫ ਜਿਹੜਾ ਰੈਜ਼ਿਸਟੈਂਸ ਹੈ, ਇਸ ਕਿਸਮ ਦੀ ਬਾਤ ਹੈ। ਪਰ ਰਿਐਲਿਟੀ ਇਹ ਹੈ, ਮਦਰ ਨੇਚਰ ਦਾ ਵੱਡਾ ਲਾ ਹੈ, ਲਾ ਆਫ ਕਾਸਮੋ। ਜੋ ਚੀਜ਼ ਤੁਸੀਂ ਕੀਤੀ ਉਹਦਾ ਰਿਐਕਸ਼ਨ, ਤੁਸੀਂ ਐਕਟ ਕੀਤਾ, ਉਹਦੇ ਤੇ ਦੂਜੇ ਪਾਸੇ ਰਿਐਕਸ਼ਨ ਹੋਇਆ, ਰਿਐਕਟ ਕੀਤਾ ਗਿਆ। ਜਿਹੜੀ ਮਦਰ ਨੇਚਰ ਰਿਐਕਟ ਕਰਦੀ ਹੈ। ਜੇ ਆਪਾਂ ਕੂੜ ਦੀ ਦੁਨੀਆ ਦੇ ਵਿੱਚ ਐਕਟ ਕਰਾਂਗੇ, ਕੂੜ ਵਾਪਸ ਰਿਐਕਟ ਕਰੇਗਾ। ਤੇ ਜਦੋਂ ਕੂੜ ਵਾਪਸ ਰਿਐਕਟ ਕਰੇਗਾ, ਫਿਰ ਸਾਡੇ ਤੋਂ ਕੂੜ ਲਿਆ ਨਹੀਂ ਜਾਣਾ। ਕੂੜ ਵਿੱਚ ਬੰਦਾ ਜੀ ਨਹੀਂ ਸਕਦਾ। ਇਹ ਜ਼ਹਿਰ ਹੈ, ਇਹ ਵਿਖਿਆ ਆ। ਗੁਰੂ ਸਾਹਿਬ ਨੇ ਕਿਹਾ, ਜਿਹਨੇ ਸੱਚ ਨੂੰ ਧਾਰਨ ਕੀਤਾ, ਸੱਚੋ ਸੱਚ ਬਖਾਣੇ ਰਾਮ। ਫਿਰ ਉਹਦਾ ਅਮਲ ਅਮਾਲ, ਉਹਦੀ ਗੱਲਬਾਤ, ਉਹਦਾ ਰਹਿਣ ਸਹਿਣ, ਸਭ ਉਹਦਾ ਵਿਆਖਿਆਨ ਹੋਦਾ, ਸੱਚ ਦਾ ਵਿਆਖਿਆਨ। ਅਗਲੀ ਲਾਈਨ ਹੈ, ਘਟ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ ਰਾਮ। ਘਟ ਅੰਤਰੇ ਸਾਚੀ ਬਾਣੀ। ਘਟ ਅੰਤਰੇ ਅੰਦਰਲੀ ਦੁਨੀਆ ਦੇ ਵਿੱਚ। ਇਹਦੇ ਉੱਤੇ ਅੱਜ ਕੱਲ੍ਹ ਤਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਆ। ਜਿਵੇਂ ਜਿਵੇਂ ਅਸੀਂ ਏਜਡ ਹੁੰਦੇ ਹਾਂ, ਸਾਡੀ ਜਿਹੜੀ ਕੋਗਨੀਸ਼ਨ ਫੰਕਸ਼ਨਿੰਗ ਆ, ਇਹਦੀ ਇੱਕ ਲੈਵਲ ਤੱਕ ਜਿਹੜੀ ਹੈ, ਇਹਨੂੰ ਇੱਕ ਤਰ੍ਹਾਂ ਦੇ ਨਾਲ ਇਹ ਹਾਈਪ 'ਤੇ ਜਾਂਦੀ ਹੈ, ਇਹ ਅਪਵਰਡ ਇਹਦਾ ਮੂਵ ਹੁੰਦਾ ਆ। ਇੱਕ ਲੈਵਲ 'ਤੇ ਜਾ ਕੇ ਫਿਰ ਇਹ ਇਸ ਤਰੀਕੇ ਨਾਲ ਸਸਟੇਨ ਕਰਦੀ ਹੈ। ਫਿਰ ਅੱਜ ਕੱਲ੍ਹ ਤਾਂ ਸਾਡੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ। ਸਾਡਾ ਫੂਡ ਹੀ ਨਹੀਂ ਚੰਗਾ ਹੈਗਾ, ਕਿਉਂਕਿ ਸਾਨੂੰ ਪ੍ਰੋਪਰ ਉਹ ਪ੍ਰੋਟੀਨ ਨਹੀਂ ਮਿਲਦਾ, ਜਿਹੜਾ ਪ੍ਰੋਟੀਨ ਸਾਡੀ ਨਿਊਰੋ ਐਬਿਲਿਟੀ ਨੂੰ ਸਪੋਰਟ ਕਰ ਸਕਦਾ, ਸਾਡੇ ਜਿਹੜੀ ਵਾਇਰਿੰਗ ਇਹਨੂੰ ਸਪੋਰਟ ਕਰ ਸਕਦਾ, ਸਾਡੇ ਬ੍ਰੇਨ ਨੂੰ ਸਪੋਰਟ ਕਰ ਸਕਦਾ। ਸੋ ਇੱਕ ਲੈਵਲ 'ਤੇ ਜਾ ਕੇ ਜਿਹੜੀ ਉਹ ਸਾਡੀ ਕੋਗਨੀਸ਼ਨ ਫੰਕਸ਼ਨਿੰਗ ਆ, ਉਹ ਸਸਟੇਨ ਨਹੀਂ ਰਹਿੰਦੀ। ਇਸੇ ਕਰਕੇ ਤੁਸੀਂ ਅਲਜ਼ਾਈਮਰ ਤੇ ਸਾਰੇ ਅੱਜ ਕੱਲ੍ਹ ਆਏ ਸੁਣਦੇ ਹੋ। ਨਾਲ ਪਿਛਲੇ ਥੋੜ੍ਹਾ ਪਿੱਛੇ ਚਲੇ ਜਾਓ, ਤੁਹਾਨੂੰ ਇਹਨਾਂ ਚੀਜ਼ਾਂ ਦੇ ਨਾਮ ਹੀ ਨਹੀਂ ਪਤਾ ਹੋਣੇ। ਅੱਜ ਕੱਲ੍ਹ ਤੇ ਚਾਰ ਚੁਫੇਰੇ ਇਹ ਚੀਜ਼ਾਂ ਆਮ ਚੱਲਦੀਆਂ ਨੇ ਲੋਕਾਂ ਦਾ, ਕਿਉਂਕਿ ਕਾਰਨ ਇਹ ਹੈ ਕਿ ਇੱਕ ਤੇ ਰਹਿਣ ਸਹਿਣ ਖਾਣ ਪਾਣ ਐਵੇਂ ਦਾ ਹੋ ਗਿਆ, ਦੂਜੇ ਨੰਬਰ 'ਤੇ ਜਿਹੜੀ
ਸਪਿਰਿਚੁਅਲ ਸਾਈਡ ਤੋਂ ਬੰਦਾ ਬਿਲਕੁਲ ਹੀ ਬੈਂਕਰਪਟ ਹੋ ਗਿਆ। ਹੁਣ ਉਹ ਸੁਪਰ ਈਗੋ ਦੇ ਨਾਲ ਆਲੇ ਦੁਆਲੇ ਦੇ ਡਰ ਦਾ ਮਾਰਿਆ, ਵਿਖਾਵੇ ਦੇ ਵਿੱਚ, ਜਾਂ ਇਕੱਲਾ ਕਿਸੇ ਆਪਣੇ ਆਈਸੋਲੇਟ ਰਹਿ ਕੇ ਉਹਦਾ ਨਹੀਂ ਪਤਾ ਲੱਗਦਾ ਅੰਦਰ ਉਹਦੇ ਕੀ ਚੱਲ ਰਿਹਾ। ਪਰ ਜਿਵੇਂ ਸਮਾਂ ਥੋੜ੍ਹਾ ਬਤੀਤ ਹੁੰਦਾ ਆ, ਅੰਦਰ ਬਾਹਰ ਆ ਜਾਂਦਾ। ਜਦੋਂ ਅੰਦਰ ਬਾਹਰ ਆਉਂਦਾ ਪਤਾ ਲੱਗਦਾ ਅੰਦਰ ਤੇ ਕੂੜ ਹੀ ਹੈ, ਈਰਖਾ ਆ, ਨਿੰਦਿਆ ਆ, ਵਾਸ਼ਨਾ ਆ, ਇਹੀ ਚੀਜ਼ ਚੱਕੀ ਫਿਰਦਾ ਸਾਰੀ। ਮੈਂਟਲ ਸਿਕਨੈਸ ਹੈ ਕੀ ਹੈ ਅਸਲ ਵਿੱਚ? ਬੰਦਾ ਗੁੱਸੇ 'ਚ ਆਇਆ, ਗਨ ਚੱਕੀ, ਬੰਦੇ ਮਾਰਦੇ। ਸਾਡੇ ਟੋਰਾਂਟੋ ਦੇ ਵਿੱਚ ਗੱਡੀ ਚੱਕੀ, ਗੱਡੀ ਦੇ ਥੱਲੇ ਦੇ ਤੇ ਕਈ ਜਣੇ। ਇਹ ਜਿਹੜੀ ਫਰਸਟ੍ਰੇਸ਼ਨ ਆ ਕੰਟਰੋਲ ਨਹੀਂ ਹੋਈ। ਅੰਦਰ ਜਿਹੜੀ ਬਾਣੀ, ਬਚਨ, ਬੋਲ, ਖਿਆਲ, ਗੱਲਾਂ ਉਹ ਇਤਨੀਆਂ ਗਲਤ ਚੱਲ ਰਹੀਆਂ, ਉਹਨਾਂ ਨੂੰ ਕਾਊਂਟਰ ਨਹੀਂ ਕਰ ਪਾਇਆ ਅੰਦਰ ਥਾਟਸ ਦੇ ਨਾਲ। ਜਿਹੜੇ ਉਹ ਮਾੜੇ ਥਾਟਸ ਸੀਗੇ ਨਾ, ਐਕਚੁਅਲ ਲੈਵਲ 'ਤੇ ਉਹ ਪੂਰੀ ਤਰ੍ਹਾਂ ਓਵਰਲੈਪ ਕਰ ਗਏ। ਐਂਡ ਵੰਸ ਦੇ ਆਰ ਵਿਨਰ ਇਨਸਾਈਡ ਯੂ, ਤੇਰੇ ਫਨਾ ਕਰ ਦੇਣਗੇ ਸਾਰਾ ਕੁਛ। ਗੁਰੂ ਸਾਹਿਬ ਨੇ ਕਿਹਾ, ਜਿਹਨੂੰ ਇਹਦੀ ਸਮਝ ਆ ਗਈ, ਘਟ ਅੰਤਰੇ ਸਾਚੀ ਬਾਣੀ, ਉਹਨੇ ਕਿਹਾ ਹਿਰਦੇ ਘਰ 'ਚ ਸੱਚ ਦੀ ਬਾਣੀ ਪਾਣੀ, ਸੱਚ ਦਾ ਹੀ ਉਪਦੇਸ਼ ਪਾਣਾ, ਇਹੀ ਚੀਜ਼ ਪਾਣੀ। ਮੇਰੇ ਇੱਥੇ ਬੜਾ ਨੇੜਲਾ ਇੱਕ ਸੱਜਣ ਹੈਗੇ ਨੇ ਪਰਿਵਾਰ, ਅਤੇ ਉਹ ਐਕਚੁਅਲੀ ਸਾਰੀ ਫੈਮਿਲੀ ਡਾਕਟਰਸ ਦੀ ਹੈ, ਮਾਂ ਬਾਪ ਵੀ ਡਾਕਟਰ ਨੇ, ਬੱਚੇ ਵੀ ਡਾਕਟਰ ਨੇ। ਅਤੇ ਉਹ ਮਾਂ ਉਹਦੀ ਕਹਿੰਦੀ ਵੀ ਭਾਈ ਸਾਹਿਬ, ਆਈ ਨੋ ਯੂ ਵੋਂਟ ਗੋਨਾ ਜੱਜ, ਬਟ ਸਟਿਲ ਆਈ ਰਿਕੁਐਸਟਿੰਗ ਯੂ, don't actually judge it, but let me tell you, my son is also doctor, you know, Makyan ji. He was asking one day to me, Mom, I'm actually witnessing you, you're very smart, you're very intelligent, you have been actually a doctor in that time when no one can even imagine back home in India. But somehow I'm thinking, you're so dumb too. The same book you're reading every day, you haven't actually understood until now. Oh, ਗੁਟਕੇ ਦੀ ਗੱਲ ਕਰਦਾ, ਪਾਠ ਦੀ ਗੱਲ ਕਰਦਾ। ਕਹਿੰਦੀ please don't judge him, he's so nice. But when he was making this statement, he was so naive. I can understand 100% where he's coming from. ਕਹਿੰਦੀ ਕਿ I didn't have any answer for him. So what would be the answer? ਮੈਂ ਕਿਹਾ ਤੁਹਾਡੀ ਗੱਲ ਬਿਲਕੁਲ ਠੀਕ ਹੈ, ਅਤੇ ਡਾਕਟਰ ਨੂੰ ਗੱਲ ਬੜੀ ਛੇਤੀ ਸਮਝ ਆ ਜਾਣੀ, ਅਤੇ ਤੁਹਾਨੂੰ ਵੀ ਸਮਝ ਆ ਜਾਣੀ। ਐਕਚੁਅਲੀ ਉਹਨੂੰ ਇੱਕੋ ਗੱਲ ਦੱਸਣ ਦੀ ਲੋੜ ਆ ਵੀ ਅੱਜ ਕੱਲ੍ਹ ਸਾਡੇ ਖਾਸ ਕਰਕੇ ਡਾਕਟਰਸ ਵਾਸਤੇ ਮਾਈਂਡਫੁਲਨੈਸ ਦੇ ਬਹੁਤ ਕੋਰਸ ਕਰਾਏ ਜਾਂਦੇ ਨੇ। ਬੀ ਮਾਈਂਡਫੁਲ, ਨਹੀਂ ਤੇ 65% ਜਿਹੜੇ ਹੁਣ ਤੇ ਕੋਵਿਡ ਵਿੱਚ, ਤੇ ਹੁਣ ਤੇ ਡਾਟਾ ਆਏਗਾ ਵੀ ਹਾਲਤ ਕੀ ਹੈ। ਹੈਲਥ ਵਰਕਰ, ਸਪੈਸ਼ਲੀ ਡਾਕਟਰਸ ਇਨ ਅਮੈਰੀਕਨ ਸਟੇਟਸ, they are actually you can say tired of their profession. They are totally actually you can say ਜਿਹਨੂੰ ਕਿਹਾ ਜਾ ਕਿ ਬਰਨ ਆਊਟ ਹੋ ਚੁੱਕੇ ਨੇ। ਉਹ ਲਿਟਰਲੀ ਤੌਰ 'ਤੇ ਸ਼ਿਕਾਇਤਾਂ ਕਰਦੇ ਨੇ ਕਿ ਮੈਨੂੰ ਲੱਗਦਾ ਮੈਂ ਰੋਂਗ ਆਕੂਪੇਸ਼ਨ ਚੂਜ਼ ਕਰ ਲਿਆ, ਆਈ ਸ਼ੁੱਡ ਨੋਟ ਬੀ ਇਨ ਦਿਸ ਆਕੂਪੇਸ਼ਨ ਐਟ ਆਲ। ਫਿਰ ਉਹਨੂੰ ਕੋਰਸ ਕਰਾਏ ਨੇ ਮਾਈਂਡਫੁਲਨੈਸ ਦੇ ਦੂਜੇ ਤੀਜੇ ਸਾਰੇ। ਐਕਚੁਅਲੀ ਵਾਟ ਇਜ਼ ਮਾਈਂਡਫੁਲਨੈਸ? ਥਾਟਸ ਨੂੰ ਤੁਸੀਂ ਮਾੜੇ ਥਾਟਸ ਨੂੰ ਡਿਟੈਕਟ ਕਰਦੇ ਹੋ, ਡਿਲੀਟ ਕਰਦੇ ਹੋ, ਉਹਨਾਂ ਨੂੰ ਰਿਪਲੇਸ ਕਰਦੇ ਹੋ। ਦਿਸ ਇਜ਼ ਦ ਸੇਮ ਐਕਟੀਵਿਟੀ। ਇਹਦੇ 'ਚ ਤੁਹਾਡਾ ਬਲੀਵ ਕੰਮ ਕਰਦਾ ਹੈ। ਤੁਸੀਂ ਤੁਹਾਡੀ ਹੈਰੀਟੇਜ ਆ ਉਹਨੂੰ ਤੁਸੀਂ ਸਮਝਦੇ ਹੋ, ਨਾਲ ਦੀ ਨਾਲ ਇਸ ਸਕੂਲ ਨੂੰ ਨਾਲ ਉਸ ਤਰੀਕੇ ਨਾਲ ਅਡਾਪਟ ਕਰਦੇ ਹੋ। ਉਹ ਕਹਿੰਦੀ ਭਾਈ ਸਾਹਿਬ I got it. Because this point was missing. Even I was missing it. I was thinking, why am I reading it? मैं कहा this is the thing. क्योंकि वाणी ਦੀ ਰਿਪਲੇਸਮੈਂਟ ਹੈ ਨਾ, ਇੱਕ ਬਾਣੀ ਤੇ ਬੋਲ ਰਹੀ ਅੰਦਰ। ਉਸ ਕੂੜ ਦੀ ਬਾਣੀ ਨੂੰ, ਉਸ ਨੂੰ ਜਿਹੜਾ ਹੈਗਾ ਉਹ ਪ੍ਰੈਸ ਨਹੀਂ ਕਰਨਾ, ਉਹਨੂੰ ਦਬਾਣਾ ਨਹੀਂਗਾ, ਬਲਕਿ ਉਹਨੂੰ ਸਮਝਦਿਆਂ ਹੋਇਆ ਰਿਪਲੇਸ ਕਰਨਾ ਪ੍ਰੋਪਰ ਦੇ ਨਾਲ। ਮਨ ਦੇ ਵਿੱਚ ਲੱਗਦਾ ਕਿਸੇ ਨੂੰ ਕੋਈ ਬੁਰਾ ਲੱਗਦਾ ਆ ਜਦੋਂ ਅਸੀਂ ਕਦੀ ਬਾਣੀ ਪੜ੍ਹੀ ਹੈ। ਸਾਡੇ ਘਰ 'ਤੇ ਹੁਣ ਅੱਜ ਕੱਲ੍ਹ ਇੰਨਾ ਸ਼ੌਂਕ ਨਹੀਂ ਹੈਗਾ, ਨਹੀਂ ਤਾਂ ਅਦਰਵਾਈਜ਼ ਹੁੰਦਾ ਸੀਗਾ ਸਹਿਜ ਪਾਠ ਕਰਨਾ ਆ, ਸੁਣਨਾ ਆ, ਅਖੰਡ ਪਾਠ ਸਾਹਿਬ ਹੋਣਾ, ਅਤੇ ਅਖੀਰਲੇ ਜਦੋਂ ਸ਼ਲੋਕਾਂ ਦਾ ਪਾਠ ਹੋਣਾ, ਬੈਠ ਕੇ ਬੜਾ ਸੁਣਨਾ, ਬੜਾ ਪਾਠੀਆਂ ਨੇ ਲੈ ਵਿੱਚ ਕਰਿਆ ਕਰਨਾ। ਹੁਣ ਇਹੋ ਜਿਹੇ ਪਾਠ ਜੋ ਅਸੀਂ ਸੁਣਦੇ ਹੋ ਇਸ ਰੂਪ ਦੇ ਵਿੱਚ, ਫਰੀਦਾ ਬੁਰੇ ਦਾ ਭਲਾ ਕਰ। ਬੁਰਾ ਤੇ ਰੋਜ਼ ਪੇਸ਼ ਆਉਂਦਾ ਸਾਨੂੰ, ਕਦੀ ਇੱਕ ਬੁਰਾ, ਦੂਜਾ ਬੁਰਾ, ਤੀਜਾ ਬੁਰਾ।
ਹੁਣ ਤਾਂ ਭਲਾ ਕਰਨਾ ਹੈ, ਇਹੋ ਜਿਹਾ ਮੈਸੇਜ ਅੰਦਰ ਆਏ ਤਾਂ ਬੰਦਾ ਕਹੇ ਚਲੋ ਫੋਰਗਿਵ ਇਟ, ਇਹਨੂੰ ਫੋਰਗਿਵ ਕਰ ਦੇ। ਇਹਦੇ ਨਾਲ ਭਲਾ ਕਿੱਦਾਂ ਉਹਦਾ ਹੋਇਆ? ਨਾ ਨਾ, ਭਲਾ ਤੇਰਾ ਹੋ ਗਿਆ। ਦੇਹੀ ਰੋਗ ਨਾ ਲੱਗ ਗਈ, ਬਚ ਗਿਆ ਬਿਮਾਰੀ ਤੋਂ। ਜਿਹੜੀ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਬਿਮਾਰੀ ਲੱਗਣੀ ਸੀ ਨਾ, ਅਲਸਰ ਬਣਨਾ ਸੀ ਅੰਦਰ, ਜਿਹੜੀ ਬ੍ਰੇਨ ਦੀਆਂ ਨਸਾਂ ਟੈਂਸ ਹੋਣੀਆਂ ਸੀਗੀਆਂ, ਲੌਂਗ ਰਨ ਦੇ ਵਿੱਚ ਡਿਪਰੈਸ਼ਨ ਡਿਵੈਲਪ ਹੋਣਾ ਸੀਗਾ, ਸਟ੍ਰੈਸ ਡਿਵੈਲਪ ਹੋਣਾ ਸੀਗਾ, ਬਚ ਗਿਆ। ਆ ਸਾਰਾ ਲਿਟਰਲੀ ਚੀਜ਼ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਵੀ ਭਲੇ ਬੰਦੇ ਕਟ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ ਰਾਮ। ਤੇ ਫਿਰ ਪਹਿਚਾਨ ਹੋ ਗਈ ਭਈ ਮੈਂ ਇੱਕ ਮਹਿਮਾਨ ਆ ਧਰਤੀ ਦੇ ਉੱਤੇ, ਕਰਤਾਰ ਨੇ ਜੀਵਨ ਦਿੱਤਾ ਹੈ, ਇਸ ਜੀਵਨ ਦੀ ਮੇਰੇ ਕੋਲ ਕਸਟਡੀ ਹੈ, ਕਸਟੋਡੀਅਨ ਆ, ਉਹਨ ਕੁਛ ਨਹੀਂ ਕਰਦਾ। ਇੱਕ ਦਿਨ ਵਿਦਾਇਗੀ ਹੋ ਜਾਣੀ ਹੈ, ਕਾਹਦਾ ਮਾਣ, ਕਾਹਦਾ ਗੁਮਾਨ ਤੇ ਕਾਹਦਾ ਝਗੜਾ। ਇਹ ਸੂਰਜ ਜਿਹੜੀ ਹੈ ਇੱਕ ਫਰ ਦੀ ਤਰ੍ਹਾਂ ਉੱਡੇਗੀ ਇਸ ਤਰੀਕੇ ਨਾਲ, ਕੋਈ ਭਾਰ ਨਹੀਂ ਮੋਢਿਆਂ ਤੇ। ਅਗਲਾ ਬਚਨ ਲਿਖਿਆ ਸਾਹਿਬ ਨੇ, ਆਪ ਪਛਾਣੈ ਤਾਂ ਸੱਚ ਜਾਣੈ, ਸਾਚੇ ਸੋਝੀ ਹੋਈ। ਹਾਂ, ਜਿਵੇਂ ਜਿਵੇਂ ਆਪ ਪਛਾਣੇਗਾ ਸੱਚ ਨਾਲ ਜਾਣ ਪਹਿਚਾਣ ਵਧੇਗੀ, ਸਾਚੇ ਸੋਝੀ ਹੋਈ। ਭਈ ਇਹੋ ਹੀ ਇੱਕ ਰਾਹ ਆ, ਹੋਰ ਕੋਈ ਰਾਹ ਨਹੀਂ। ਸਚਿਆਰ ਹੋਣਾ ਹੀ ਸਾਡਾ ਰਾਹ ਹੈ। ਧਰਮ ਦੇ ਬਾਕੀ ਸਾਰੇ ਕਿਰਿਆ ਕਲਾਪ ਜੇ ਸਚਿਆਰ ਹੋਣ 'ਚ ਮਦਦ ਕਰਦੇ ਨੇ, ਬੜੀ ਚੰਗੀ ਗੱਲ ਹੈ। ਜੇ ਮਦਦ ਨਹੀਂ ਕਰਦੇ ਫਿਰ ਬਾਬਾ ਜੀ ਕਹਿੰਦੇ ਕਰਮ ਕਾਂਡ ਨੇ। ਇਸ ਤੋਂ ਸਿੰਪਲ ਪਰਿਭਾਸ਼ਾ ਮੈਂ ਨਹੀਂ ਸੋਚਦਾ ਦੁਨੀਆ ਤੇ ਕਿਤੇ ਹੋ ਸਕਦੀ ਧਰਮ ਦੀ। what a nice way ਬਾਬਾ ਜੀ ਡਿਫਾਈਨਿੰਗ ਇਟ। ਅਗਲਾ ਬਚਨ ਲਿਖਿਆ, ਸੱਚਾ ਸ਼ਬਦ ਸੱਚੀ ਹੈ ਸੋਭਾ, ਸਾਚੇ ਹੀ ਸੁਖ ਹੋਈ। ਭਾਈ ਸੱਚੇ ਸ਼ਬਦ ਦੇ ਵਿੱਚ ਸੱਚੀ ਹੀ ਸੋਭਾ ਆ, ਤੇ ਇਸ ਸੱਚ ਦੇ ਜ਼ਰੀਏ ਹੀ ਅਸਲ ਆਤਮਿਕ ਸੁਖ ਸਾਨੂੰ ਪ੍ਰਾਪਤ ਹੋ ਸਕਦਾ ਹੈ। ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ। ਜਿਹੜੇ ਸੱਚ 'ਚ ਰਤੇ ਗਏ ਉਹ ਭਗਤ ਇੱਕ ਰੰਗ 'ਚ ਹੋ ਗਏ। ਇੱਕ ਰੰਗ ਭਲਾ ਹੀ ਬੋਲਣਾ ਹੈ, ਭਲਾ ਹੀ ਕਰਨਾ ਹੈ, ਭਲੇ 'ਚ ਹੀ ਰਹਿਣਾ ਹੈ, ਭਲੇ 'ਚ ਹੀ ਵਿਚਰਨਾ ਹੈ, ਬਸ ਆਹੀ ਰੰਗ ਆ। ਇਸ ਤੋਂ ਚੰਗਾ ਰੰਗ ਦੁਨੀਆ ਤੇ ਕੋਈ ਨਹੀਂਗਾ। ਗੁਰੂ ਬਾਬਾ ਜੀ ਕਹਿੰਦੇ, ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ। ਨਾਨਕ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ। ਗੱਲ ਤੇ ਬਿਲਕੁਲ ਸੱਚੀ ਹੈ, ਠੀਕ ਹੈ, ਪਰ ਹਰ ਬੰਦੇ ਨੂੰ ਪ੍ਰਾਪਤ ਨਹੀਂ ਹੁੰਦੀ। ਇਹਦਾ ਕਾਰਨ ਇਹ ਹੈ, ਗੁਰੂ ਸਾਹਿਬ ਕਹਿੰਦੇ, ਨਾਨਕ ਜਿਸ ਕੋ ਮਸਤਕ ਲਿਖਿਆ। ਕੋਈ ਪੁਰਬਲਾ ਸੰਸਕਾਰ ਜ਼ੋਰ ਪਾਉਂਦਾ ਆ, ਮੱਥੇ ਦਾ ਲਿਖ, ਇਸੇ ਕਰਕੇ ਅਸੀਂ ਮੱਥਾ ਰੱਖਦੇ ਹਾਂ ਇੱਥੇ ਆ ਕੇ, ਬਾਬਾ ਇਹਦੇ ਤੇ ਮੋਹਰ ਲਾ, ਕੋਈ ਇੱਥੇ ਸੋਝੀ ਆ ਜਾਏ, ਕੋਈ ਸਮਝ ਆ ਜਾਏ, ਤਾਂ ਕਿ ਮੈਂ ਇਹਦੇ ਤੋਂ ਜਿਹੜਾ ਅਸਲ ਕਰਮ ਕਰਨ ਵਾਲਾ ਉਹਨੂੰ ਕਰ ਸਕਾਂ। ਨਾਨਕ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ। ਉਸ ਮਨੁੱਖ ਨੂੰ, ਉਸ ਬਸ਼ਰ ਨੂੰ ਅਸਲ ਰੂਪ ਵਿੱਚ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਇਲਾਹੀ ਅਗੰਮੀ ਵਾਕਿਆ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇਹਨੀਆਂ ਕੁ ਬੇਨਤੀਆਂ ਨਾਲ ਖਿਮਾ। ਮੈਂ ਰੋਜ਼ ਦੀ ਤਰ੍ਹਾਂ ਜਿਵੇਂ ਫਾਰਮਰ ਐਜੀਟੇਸ਼ਨ ਚੱਲ ਰਹੀ ਇੰਡੀਆ ਦੇ ਵਿੱਚ, ਅਸੀਂ ਉਹਦੇ ਬਾਬਤ ਅਰਦਾਸ ਵੀ ਕਰਦੇ ਹਾਂ, ਨਾਲ ਦੀ ਨਾਲ ਇਹ ਵੀ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਕਿ ਸਮਾਜ ਨੂੰ ਜਾਗਰਤੀ, ਅਵੇਅਰਨੈਸ ਦਿੱਤੀ ਤੇ ਸਮਾਜ ਆਪਣੇ ਹੱਕ ਹਕੂਕ ਵਾਸਤੇ ਖੜਾ ਹੋਇਆ। ਉਹਨਾਂ ਨੂੰ ਸਿਹਤਯਾਬੀ ਬਖਸ਼ੇ, ਉਹਨਾਂ ਦੇ ਮਿਸ਼ਨ ਵਿੱਚ ਉਹਨਾਂ ਨੂੰ ਕਾਮਯਾਬੀ ਬਖਸ਼ੇ। ਇਸ ਦਿਲੀ ਦੁਆ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।